ਬੇਸਿਕਲੀ ਤੁਹਾਡਾ ਹੋ ਜਾਣਾ, ਤੁਹਾਡੇ ਇੱਕ ਲੇਬਲ ਤੁਹਾਡੇ ਨਾਲ ਲੱਗ ਜਾਣਾ, ਉਹ ਤੁਹਾਨੂੰ ਡਿਫਾਈਨ ਨਹੀਂ ਕਰਦਾ, ਤੁਹਾਡਾ ਕਿਰਦਾਰ ਤੁਹਾਨੂੰ ਡਿਫਾਈਨ ਕਰਦਾ। ਆਪਾਂ ਵਾਦ ਵਿਵਾਦ 'ਚ ਕਦੋਂ ਪੈਂਦੇ ਆ? ਸਾਨੂੰ ਜਦੋਂ ਇਹ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੇਰੀ ਨੌਲੇਜ ਸਭ ਤੋਂ ਬੈਸਟ ਆ। ਆਪਾਂ ਉਹਨੂੰ ਸਬਜੈਕਟਿਵਲੀ ਜਾਂ ਆਬਜੈਕਟਿਵਲੀ ਦੇਖਦੇ ਨਹੀਂ, ਆਪਾਂ ਉਹਨੂੰ ਘੋਖਦੇ ਨਹੀਂ ਕਿ ਕਿਹੜੀ ਗੱਲ ਆਪਣੇ 'ਚ ਸਹੀ ਆ ਗਲਤ ਆ, ਉਹ ਆਪਾਂ ਨਹੀਂ ਘੋਖਦੇ। ਆਪਾਂ ਉਹਨੂੰ ਬੜਾ ਰਿਜਿਡ ਹੋ ਕੇ ਆਪਣੀ ਈਗੋ ਦੇ ਨਾਲ ਅਟੈਚ ਕਰ ਲੈਂਦੇ ਆ। ਜਦੋਂ ਆਪਾਂ ਇਹ ਸਮਝ ਲਿਆ ਕਿ ਉਸ ਏਕੇ ਦੇ ਵਿੱਚੋਂ ਹੀ ਇਹ ਪੂਰੀ ਸ੍ਰਿਸ਼ਟੀ ਨਿਕਲੀ ਹੈ, ਔਰ ਫਿਰ ਮੈਂ ਅਗਰ ਆਪਣੇ ਆਪ ਨੂੰ ਵੀ ਸਮਝ ਲਿਆ ਕਿ ਮੇਰੀ ਜਿਹੜੀ ਇਸ ਪੂਰੀ ਸ੍ਰਿਸ਼ਟੀ ਵਿੱਚ ਹੋਂਦ ਜਿਹੜੀ ਉਹ ਇੱਕ ਤਿਨਕਾ ਮਾਤਰ ਵੀ ਨਹੀਂ ਹੈ, ਤਾਂ ਫਿਰ ਸਾਡੇ ਕੋਲ ਈਗੋ ਨਹੀਂ ਆਉਂਦੀ। ਹਰ ਇੱਕ ਹਿੰਦੂ, ਹਰ ਇੱਕ ਮੁਸਲਮਾਨ, ਹਰ ਇੱਕ ਸਿੱਖ, ਹਰ ਇੱਕ ਈਸਾਈ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਉਹਨਾਂ ਦੇ ਵਿਚਲੇ ਜਿਹੜੇ ਵਿਚਾਰ ਨੇ ਉਹ ਜਦੋਂ ਉਹਨਾਂ ਦੇ ਕਰੈਕਟਰ ਦੇ ਵਿੱਚ ਨਜ਼ਰ ਆਉਂਦੇ ਆ, ਫਿਰ ਉਹਦੀ ਆਪਣੀ ਆਈਡੈਂਟੀਟੀ ਬਣਦੀ ਆ। ਉਹ ਆਈਡੈਂਟੀਟੀ ਉਹ ਸ਼ੁੱਧ ਉਦੋਂ ਹੀ ਹੋਊਗੀ ਜਦੋਂ ਤੁਸੀਂ ਏਕੇ ਦੇ ਲੜ ਲੱਗੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਕਿਰਦਾਰੇ ਖਾਲਸਾ ਦੇ ਜਿਹੜੇ ਕੁਝ ਐਪੀਸੋਡ ਪਿਛਲੇ ਕੁਝ ਹਫ਼ਤਿਆਂ 'ਚ ਆਪਾਂ ਕੀਤੇ ਨੇ, ਉਹਨਾਂ ਵਿੱਚ ਅਸੀਂ ਵਾਹਿਗੁਰੂ ਸ਼ਬਦ ਦੇ ਵਿੱਚ ਜਿਹੜਾ ਗੁਰੂ ਸ਼ਬਦ ਹੈ, ਜੋ ਗੁਰੂ ਵਰਡ ਹੈ, ਇਹਦੇ ਨੂੰ ਸਮਝਣ ਦੀ, ਇਹਦੇ ਬਾਰੇ ਅੰਡਰਸਟੈਂਡ ਕਰਨ ਦੀ ਆਪਾਂ ਇੱਕ ਸਾਂਝੀ ਕੋਸ਼ਿਸ਼ ਕੀਤੀ ਸੀਗੀ। ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਅੱਜ ਵਾਲਾ ਜਿਹੜਾ ਐਪੀਸੋਡ ਆ, ਮੈਂ ਕੋਸ਼ਿਸ਼ ਕਰੂੰਗੀ ਕਿ ਇਹਦੇ ਵਿੱਚ ਆਪਾਂ ਗੁਰੂ ਸ਼ਬਦ ਦੀ ਜਿਹੜੀ ਜੋ ਡਿਸਕਸ਼ਨ ਆ, ਇਹਨੂੰ ਅੱਜ ਆਪਾਂ ਸਮੇਟ ਸਕੀਏ ਤਾਂ ਕਿ ਆਪਾਂ ਅੱਗੇ ਚੱਲੀਏ। ਖੈਰ, ਜਿਹੜੇ ਪਿਛਲੇ ਐਪੀਸੋਡ, ਜਿਹੜਾ ਲਾਸਟ ਵੀਕ ਆਪਾਂ ਐਪੀਸੋਡ ਕੀਤਾ ਸੀ, ਉਹਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਜਿਹੜੇ ਇੱਕ ਦਿੱਤੇ ਹੋਏ ਸਾਨੂੰ ਬਲੂ ਪ੍ਰਿੰਟ ਆ, ਉਹਨਾਂ ਬਲੂ ਪ੍ਰਿੰਟਸ ਦੇ ਅਕੋਰਡਿੰਗ ਆਪਾਂ ਇੱਕ ਟੂ ਡੂ ਲਿਸਟ ਬਣਾਈ ਸੀਗੀ, ਲਿਸਟ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਸੀਗੀ। ਉਸ ਲਿਸਟ ਦੇ ਵਿੱਚ ਜਿਹੜੀਆਂ 3 ਚੀਜ਼ਾਂ, ਮੇਨ ਚੀਜ਼ਾਂ ਜਿਹੜਾ ਆਪਾਂ ਡਿਸਕਸ ਕਰਦੇ ਆ ਰਹੇ, ਉਹਨਾਂ ਬਾਰੇ ਮੈਂ ਗੱਲ ਕੀਤੀ ਸੀਗੀ ਕਿ ਉਹ 3 ਚੀਜ਼ਾਂ ਆਪਾਂ ਕੋਸ਼ਿਸ਼ ਕਰੀਏ ਕਿ ਉਹ ਚੀਜ਼ਾਂ ਆਪਣੇ ਕਿਰਦਾਰ ਦੇ ਵਿੱਚ ਆਪਾਂ ਲੈ ਆਈਏ, ਤਾਂ ਉਸ ਤੋਂ ਜਿਹੜਾ ਫਿਰ ਅਗਲਾ ਸਟੈਪ ਹੈ, ਉਹ ਸਾਨੂੰ ਸ਼ਬਦ ਗੁਰੂ ਵੱਲ ਜਿਹੜਾ ਕਦਮ ਚੁੱਕਣ ਨਾਲ ਜਿਹੜਾ ਈਜ਼ੀ ਹੋ ਜਾਊਗਾ। ਕਿਉਂਕਿ ਜੇ ਆਪਾਂ ਇੱਕ ਕਦਮ ਚੱਕਾਂਗੇ ਨਾ, ਤਾਂ ਗੁਰੂ ਪਾਤਸ਼ਾਹ ਆਪਣੇ ਆਪ ਸਾਨੂੰ ਹੋਰ ਸੇਧ ਦੇ ਕੇ ਆਪਣੇ ਵੱਲ ਕਰਦੇ ਜਾਣਗੇ। ਫਿਰ ਜਿਹੜਾ ਸ਼ਬਦ ਗੁਰੂ, ਹਮੇਸ਼ਾ ਜਿਹੜਾ ਸਵਾਲ ਆਉਂਦਾ ਕਿ ਸ਼ਬਦ ਗੁਰੂ ਹੈ ਕੀ, ਕੌਣ ਹੈ, ਕਿੱਥੇ ਆ, ਕਿਵੇਂ ਮਿਲੀਏ, ਉਹ ਸਾਰੇ ਸਵਾਲ ਜਿਹੜੇ ਮੈਨੂੰ ਲੱਗਦਾ ਆਟੋਮੈਟਿਕਲੀ ਸਾਡੇ ਜਿਹੜੇ ਹੱਲ ਹੋਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਇਹ ਗੱਲ ਆਪਾਂ ਪਿਛਲੇ ਕੁਝ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ ਜੋ ਸ਼ਬਦ ਗੁਰੂ ਹੈ ਨਾ, ਇਸ ਨੂੰ ਸਮਝਣਾ ਬੇਸਿਕਲੀ ਇਹ ਪ੍ਰੈਕਟੀਕਲ ਮੁੱਦਾ ਹੈ, ਨਾ ਕਿ ਥਿਓਰੈਟੀਕਲੀ ਆਪਾਂ ਸਿਰਫ ਇੱਕ ਡਿਸਕਸ਼ਨ ਕਰ ਸਕਦੇ ਹਾਂ, ਔਰ ਉਹ ਆਪਾਂ ਡਿਸਕਸ਼ਨ ਕਰ ਰਹੇ ਹਾਂ। ਪ੍ਰੈਕਟੀਕਲ ਜਦ ਤੱਕ ਆਪਾਂ ਨਹੀਂ ਕਰਦੇ, ਸਟੈਪ ਬਾਏ ਸਟੈਪ, ਲੇਅਰ ਬਾਏ ਲੇਅਰ ਆਪਾਂ ਨਹੀਂ ਚੱਲਦੇ, ਤਦ ਤੱਕ ਨਹੀਂ ਹੋ ਸਕਦਾ। ਇਹ ਪੋਸੀਬਲ ਨਹੀਂ ਆ ਕਿ ਤੁਸੀਂ ਆਪਣੀ ਕੋਈ ਇੱਕ ਜੰਮਦਾ ਬੱਚਾ ਜਿਹੜਾ ਹੈਗਾ ਉਹ ਕਾਲਜ ਕਲੀਅਰ ਕਰ ਜੇ, ਇਹ ਪੋਸੀਬਲ ਨਹੀਂ ਆ। ਸ਼ਬਦ ਗੁਰੂ ਤੱਕ ਪਹੁੰਚਣਾ ਮੈਨੂੰ ਲੱਗਦਾ ਕਿ ਕਾਲਜ ਲੈਵਲ ਦੀ ਗੱਲ ਹੋਊਗੀ। ਪਹਿਲਾਂ ਆਪਾਂ ਆਪਣੀਆਂ ਜਿਹੜੀਆਂ ਬੁਨਿਆਦਾਂ ਆ ਉਹ ਸਟਰੋਂਗ ਕਰਨੀਆਂ ਸ਼ੁਰੂ ਕਰੀਏ, ਫਿਰ ਆਪਣੇ ਆਪ ਹੀ ਪ੍ਰੈਕਟੀਕਲ ਲੈਵਲ ਦੇ ਉੱਤੇ ਆਪਾਂ ਉਸ ਲੈਵਲ ਤੱਕ ਪਹੁੰਚ ਜਾਵਾਂਗੇ। ਜਿਹੜੀ ਸਾਡੀ ਉਹ 3 ਟੂ ਡੂ ਲਿਸਟ ਬਣਾਈ ਸੀਗੀ, ਉਹਦੇ ਵਿੱਚ ਜਿਹੜੀ ਫਸਟ ਪੁਆਇੰਟ ਸੀਗਾ ਉਹ ਸੀਗਾ ਕਿ ਆਪਾਂ ਹਰ ਤਰ੍ਹਾਂ ਦੇ ਕਰਮ ਕਾਂਡ ਜਾਂ ਗਿਆਨ ਕਾਂਡ ਜਾਂ ਕਿਸੇ ਤਰ੍ਹਾਂ ਦੇ ਵੀ ਕਾਂਡ ਦੇ ਵਿੱਚੋਂ ਜਿਹੜੀ ਹੋਣ ਵਾਲੀ ਸਾਡੀ ਈਗੋ ਹੈ, ਜਿਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਮੈਂ ਕਰ ਲਿਆ, ਜਾਂ ਜਦੋਂ ਮੈਂ ਕਰਤਾ ਬਣ ਜਾਂਦੀ ਹਾਂ, ਆਪਾਂ ਹੌਲੀ ਹੌਲੀ ਉਸ ਈਗੋ ਨੂੰ ਮਾਈਨਸ ਕਰਨਾ ਸ਼ੁਰੂ ਕਰੀਏ, ਜਾਂ ਉਹਨੂੰ ਕਹੀਏ ਕਿ ਉਹਨੂੰ ਥੋੜ੍ਹਾ ਜਿਹਾ ਘਟਾਉਣਾ ਸ਼ੁਰੂ ਕਰੀਏ। ਹੌਲੀ ਹੌਲੀ ਆਪਾਂ ਇਹ ਸਮਝਣਾ ਸ਼ੁਰੂ ਕਰੀਏ ਕਿ ਚਾਹੇ ਮੈਂ ਜਿੰਨਾ ਵੀ ਪੜ੍ਹ ਲਵਾਂ, ਕਿਉਂਕਿ ਜਦੋਂ ਵੀ ਇਹ ਗੱਲਾਂ ਆਪਾਂ ਕਰ ਚੁੱਕੇ ਹਾਂ, ਜੋ ਵੀ ਆਪਾਂ ਕਰਮ ਕਾਂਡ ਕਰਦੇ ਹਾਂ, ਜਾਂ ਜਿਹੜੇ ਯੋਗੀ ਜਾਂ ਸਿੱਧ ਜਿਹੜੇ ਆਪਣੀ ਬਾਡੀ ਉੱਪਰ ਜੋ ਹੰਡਾਉਂਦੇ ਆ, ਉਸ ਤੋਂ ਬਾਅਦ ਉਹ ਇੱਕ ਈਗੋ ਨੂੰ ਨਾਲ ਅਟੈਚ ਕਰ ਲੈਂਦੇ ਆ। ਫਸਟ ਟੂ ਡੂ ਲਿਸਟ ਇਹ ਸੀਗਾ ਕਿ ਆਪਾਂ ਆਪਣੇ ਅੰਦਰ ਜਿਹੜੀ ਇੱਕ ਕਰਤਾ ਦੇ ਹੋਣ ਦੇ ਕਰਕੇ ਕਿ ਮੈਂ ਡੂਅਰ ਹਾਂ, ਮੈਂ ਕਰ ਲਿਆ, ਉਹਦੇ ਨਾਲ ਆਉਣ ਵਾਲੀ ਜਿਹੜੀ ਈਗੋ ਆ ਉਹਨੂੰ ਮਾਈਨਸ ਕਰਨਾ ਸ਼ੁਰੂ ਕਰੀਏ। ਦੂਸਰਾ ਪੁਆਇੰਟ ਜਿਹੜਾ ਸੀਗਾ ਉਹ ਸੀਗਾ ਕਿ ਸੱਚ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਜਿਹੜਾ ਨਾ ਸਿਰਫ ਕਿ ਸੱਚ, ਜਿਹੜਾ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਉਹ ਜਿਹੜਾ ਸੱਚ ਆਚਾਰ ਹੈ ਨਾ, ਜੋ ਆਚਾਰ ਦੇ ਵਿੱਚ ਸੱਚਾਈ ਲੈ ਕੇ ਆਉਣਾ, ਉਹ ਦੂਸਰਾ ਪੁਆਇੰਟ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਸੀ। ਇਹਨਾਂ 2 ਪੁਆਇੰਟਸ ਇਹ ਟੂ ਡੂ ਲਿਸਟ ਦੇ ਵਿੱਚ ਅਗਲਾ ਜਿਹੜਾ ਤੀਸਰਾ ਪੁਆਇੰਟ ਸੀਗਾ ਉਹ ਇਹ ਸੀ ਕਿ ਜੋ ਕੁਝ ਵੀ ਹੋਇਆ ਜਾਂ ਹੋ ਰਿਹਾ,
ਉਹਨੂੰ ਆਪਾਂ ਹੁਕਮ ਦੇ ਵਿੱਚ ਮੰਨੀਏ। ਇਹ ਮੰਨੀਏ ਕਿ ਜੋ ਮੈਂ ਕਰ ਰਿਹਾ ਜਾਂ ਜੋ ਇਸ ਬੋਡੀ ਜਿਹੜੀ ਇਹ ਕਰਮ ਭੂਮੀ ਹੈ ਇਹਦੇ 'ਤੇ ਜੋ ਵੀ ਹੋ ਰਿਹਾ ਉਹ ਉਸ ਦੇ ਹੁਕਮ 'ਚ ਹੋ ਰਿਹਾ, ਚੰਗਾ ਵੀ ਬੁਰਾ ਵੀ। ਔਰ ਜਦੋਂ ਆਪਾਂ ਇਹ ਸਮਝਣਾ ਸ਼ੁਰੂ ਕਰਾਂਗੇ ਨਾ, ਫਿਰ ਸਾਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋਊਗੀ ਕਿ ਹਰ ਇੱਕ ਜਿਹੜਾ ਜੀਵ ਤੁਰਿਆ ਫਿਰ ਰਿਹਾ ਇੱਥੇ, ਜੋ ਮੈਨੂੰ ਮਿਲ ਰਿਹਾ, ਚਾਹੇ ਉਹ ਮੇਰਾ ਸੱਜਣ ਹੈ, ਚਾਹੇ ਉਹ ਮੇਰਾ ਦੁਸ਼ਮਣ ਹੈ, ਚਾਹੇ ਉਹ ਜੋ ਵੀ ਹੈ। ਫਿਰ ਦੁਸ਼ਮਣ ਵਾਲੀ ਸ਼ਾਇਦ ਮੈਨੂੰ ਲੱਗਦਾ ਕੋਈ ਉਹ ਗੱਲ ਰਹਿੰਦੀ ਹੀ ਨਹੀਂ, ਉਸ ਸਥਿਤੀ ਵਿੱਚ ਹੀ ਨਹੀਂ ਆਪਾਂ ਰਹਾਂਗੇ, ਆਪਾਂ ਉਸ ਤੋਂ ਅੱਗੇ ਚੱਲ ਪਾਂਗੇ। ਕਿਉਂਕਿ ਫਿਰ ਅਸੀਂ ਇਹ ਸਮਝਣਾ ਸ਼ੁਰੂ ਕਰਾਂਗੇ ਕਿ ਹਰ ਇੱਕ ਦੇ ਵਿੱਚ ਇੱਕੋ ਹੀ ਜੋਤ ਜਿਹੜੀ ਆ ਉਹ ਪਸਾਰਾ ਕਰ ਰਹੀ ਹੈ, ਇੱਕੋ ਹੀ ਜੋਤ ਜਿਹੜੀ ਆ ਵਰਤ ਰਹੀ ਆ। ਫਿਰ ਸਾਨੂੰ ਇੱਕ ਦੂਜੇ ਨਾਲ ਕੜੱਤਣ ਨਹੀਂ ਰਹੂਗੀ। ਉਹ ਕੜੱਤਣ ਆਉਂਦੀ ਹੀ ਉਦੋਂ ਆ ਜਦੋਂ ਮੈਨੂੰ ਇਹ ਲੱਗਦਾ ਕਿ ਮੈਂ ਤਾਂ ਇਹ ਕਹਿ ਰਿਹਾ ਸੀਗਾ, ਜਿਹੜਾ ਮੇਰੇ ਓਪੋਜ਼ਿਟ ਆ ਇਹ ਮੇਰਾ ਦੁਸ਼ਮਣ ਆ, ਉਹ ਦੁਸ਼ਮਣੀ ਆਉਂਦੀ ਹੀ ਉਦੋਂ ਆ। ਹੁਣ ਫਿਰ ਇੱਕ ਫਾਈਨਲ ਗੱਲ ਇਹ ਕੀਤੀ ਸੀਗੀ ਕਿ ਜਿਹੜੀ ਦੁਸ਼ਮਣੀ ਆ ਇਹ ਨਾ ਹੋਵੇ ਕਿ ਤੁਸੀਂ ਇਹ ਸੋਚੋ ਕਿ ਨਹੀਂ ਜੋ ਵੀ ਹੋ ਰਿਹਾ ਉਹਦੇ ਭਾਣੇ 'ਚ ਹੋ ਰਿਹਾ, ਔਰ ਜੋ ਮੈਂ ਕਿਸੇ ਦੇ ਨਾਲ, ਉਹ ਕੜੱਤਣ ਨਹੀਂ ਹੁੰਦੀ। ਜਦੋਂ ਤੁਸੀਂ ਸੱਚ ਲਈ ਖੜੇ ਹੁੰਦੇ ਆ ਨਾ, ਸੱਚ ਲਈ ਖੜੇ ਹੋ ਕੇ ਜਾਬਰ ਦਾ ਜਿਹੜਾ ਤੁਹਾਨੂੰ ਇੱਕ ਸਾਹਮਣਾ ਕਰਨਾ, ਉਹ ਵੀ ਉਹ ਸੱਚ ਆਚਾਰ ਦੀ ਹੀ ਗੱਲ ਆ। ਤੁਸੀਂ ਜਾਬਰ ਦਾ ਸਾਹਮਣਾ ਕਰ ਹੀ ਉਦੋਂ ਸਕਦੇ ਹੋ ਜਦੋਂ ਤੁਹਾਡੇ ਆਪਣੇ ਆਚਾਰ ਦੇ ਵਿੱਚ ਸੱਚਾਈ ਆ। ਸੋ ਆਪਾਂ ਉਸ ਲੈਵਲ ਦੇ ਉੱਤੇ ਇਹ ਤਿੰਨੇ ਟੂ ਡੂ ਲਿਸਟ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਇਹ 3 ਚੀਜ਼ਾਂ ਆਪਾਂ ਕਰ ਲਈਏ। ਉਹ ਗੁਰੂ ਪਾਤਸ਼ਾਹ ਦੇ ਜਿਹੜੇ ਇੱਕੋ ਹੀ ਸ਼ਬਦ ਲੈ ਕੇ ਅਸੀਂ ਉਹਦੇ ਵਿੱਚੋਂ ਇਹ 3 ਚੀਜ਼ਾਂ ਕੱਢੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਜਿਹੜੀ ਜਿਸ ਜਗ੍ਹਾ ਦੇ ਉੱਤੇ ਜਾ ਕੇ ਪਿਛਲਾ ਐਪੀਸੋਡ ਮੈਂ ਸਮਾਪਤ ਕੀਤਾ ਸੀ ਔਰ ਇਹ ਵਾਅਦਾ ਕੀਤਾ ਸੀਗਾ ਕਿ ਆਪਾਂ ਇਹ ਤੋਂ ਅੱਗੇ ਚੱਲਾਂਗੇ, ਉਹ ਇਹ ਸੀਗਾ ਕਿ ਗੁਰੂ ਪਾਤਸ਼ਾਹ ਫਿਰ ਸਾਨੂੰ ਹੱਲ ਕੀ ਦਿੰਦੇ ਨੇ, ਸਾਨੂੰ ਕਿਸ ਤਰੀਕੇ ਨਾਲ ਗੁਰਬਾਣੀ ਨੂੰ ਸਮਝਣ ਬਾਰੇ ਕਹਿੰਦੇ ਨੇ। ਤਾਂ ਉਹਦੇ ਵਾਸਤੇ ਪਹਿਲੀ ਗੱਲ ਇਹ ਸਮਝਣੀ ਜ਼ਰੂਰੀ ਆ ਕਿ ਉਹਨਾਂ ਨੇ ਸਾਨੂੰ ਅਲਾਰਮ ਕਿੱਥੇ ਕੀਤਾ ਆ, ਉਹਨਾਂ ਨੇ ਸਾਨੂੰ ਕੋਸ਼ਿਸ਼ ਕਿੱਥੇ ਕੀਤਾ ਕਿ ਇਹਨਾਂ ਚੀਜ਼ਾਂ ਤੋਂ ਖਬਰਦਾਰ। ਤਾਂ ਉਹ ਸੀਗਾ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅੰਨ ਕੋ ਮਤੀ ਦੇ ਚਲੇ ਮਾਇਆ ਕਾ ਵਪਾਰ। ਇੱਥੇ ਮੈਂ ਪਿਛਲੀ ਵਾਰੀ ਖਤਮ ਕੀਤਾ ਸੀਗਾ, ਆਪਣਾ ਸਮਾਪਤੀ ਕੀਤੀ ਸੀਗੀ ਆਪਣੇ ਡਿਸਕਸ਼ਨ ਦੀ। ਆਪਾਂ ਅਜੇ ਤੋਂ ਹੀ ਅੱਗੇ ਚੱਲਣਾ ਆ। ਗੁਰੂ ਪਾਤਸ਼ਾਹ ਸਾਨੂੰ 2 ਚੀਜ਼ਾਂ ਇਸ ਇੱਕ ਸ਼ਬਦ ਦੇ ਵਿੱਚ 2 ਚੀਜ਼ਾਂ ਦੱਸਦੇ ਨੇ ਕਿ ਇਹਨਾਂ 2 ਚੀਜ਼ਾਂ ਤੋਂ ਸਾਵਧਾਨ। ਇੱਕ ਤਾਂ ਇਹ ਕਿ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਪੋਥੀਆਂ ਪੜ੍ਹਨਾ ਪਰ ਵਿਚਾਰ ਨਾ ਕਰਨਾ, ਇੱਕ ਤਾਂ ਇਹ ਗੱਲ। ਦੂਸਰੀ ਗੱਲ ਜਿਹੜੀ ਹੈ ਉਹ ਹੈ ਅੰਨ ਕੋ ਮਤੀ ਦੇ ਚਲੇ ਮਾਇਆ ਕਾ ਵਪਾਰ, ਕਿ ਬਾਕੀਆਂ ਨੂੰ ਤਾਂ ਸਾਰਿਆਂ ਨੂੰ ਮੱਤ ਦੇਈ ਜਾਂਦੀ, ਜਿਵੇਂ ਮੈਂ ਇੱਥੇ ਖੜੀ ਹੋ ਕੇ ਬੋਲੀ ਜਾਵਾਂ ਜਾਂ ਆਪਣਾ ਡਿਸਕਸ਼ਨ ਕਰੀ ਜਾਵਾਂ, ਜੋ ਵੀ ਬੋਲਦੀ ਹਾਂ, ਔਰ ਖੁਦ ਮੈਂ ਉਹਦੇ 'ਤੇ ਅਮਲ ਨਾ ਕਰਾਂ ਤਾਂ ਇਹ ਮਾਇਆ ਦਾ ਵਪਾਰ ਹੋ ਜਾਊਗਾ। ਮੈਨੂੰ ਅਕਸਰ ਜਦੋਂ ਆਪਾਂ ਏਕੇ ਦੀ ਗੱਲ ਕੀਤੀ ਸੀਗੀ ਨਾ, ਬੜਿਆਂ ਲੋਕਾਂ ਨੇ ਇਹ ਕੁਐਸਚਨ ਕੀਤੇ ਕਿ ਤੁਸੀਂ ਕਦੀ ਜਿਹੜੇ ਅਨਹਦ ਨਾਦ ਦੀ ਗੱਲ ਕਰਦੇ ਹੋ, ਕਦੀ ਆਪ ਦੇਖਿਆ ਹੈ, ਕਦੀ ਆਪ ਸਮਝਿਆ। ਖੈਰ ਇਹ ਇੱਕ ਮੇਰੀ ਪਰਸਨਲ ਜਰਨੀ ਆ, ਪਰ ਇਹ ਹੁਣ ਮੇਰੇ ਤੇ ਮੇਰੇ ਗੁਰੂ ਦੇ ਵਿੱਚ ਆ। ਇਹਦੇ ਵਾਸਤੇ ਕਿਸੇ ਹੋਰ ਨੂੰ ਇਹਨਾਂ ਜਾਂ ਮੈਨੂੰ ਕਿਸੇ ਵਾਸਤੇ ਇਸ ਗੱਲੋਂ ਨਹੀਂ ਹੋਣਾ ਚਾਹੀਦਾ ਕਿ ਉਹਨੇ ਦੇਖਿਆ ਕਿ ਨਹੀਂ ਦੇਖਿਆ, ਕਿਉਂਕਿ ਇਹ ਉਹਦੀ ਤੇ ਉਹਦੇ ਗੁਰੂ ਦੇ ਵਿਚਲੀ ਗੱਲ ਆ। ਮੇਰੇ ਤੱਕ ਜੋ ਮੈਨੂੰ ਹੋਣਾ ਚਾਹੀਦਾ ਹੈ, ਇਹ ਹੋਣਾ ਚਾਹੀਦਾ ਕਿ ਮੈਂ ਕੀ ਕੀਤਾ ਆ, ਮੈਂ ਕੀ ਕਰ ਰਹੀ ਹਾਂ, ਮੈਂ ਸਿਰਫ ਆਪਣੇ ਉੱਪਰ ਕੰਸਨਟਰੇਟ ਕਰਕੇ ਚੱਲਾਂ ਇਹਨਾਂ ਗੱਲਾਂ ਨੂੰ ਲੈ ਕੇ। ਸੋ ਇਹ ਜਿਹੜੀਆਂ 2 ਚੀਜ਼ਾਂ ਨੇ, ਇਹ ਗੁਰੂ ਪਾਤਸ਼ਾਹ ਨੇ ਸਾਨੂੰ ਕੋਸ਼ਿਸ਼ ਕੀਤਾ ਹੈ ਨਾ, 2 ਲੈਵਲ ਦੇ ਉੱਪਰ ਸਾਨੂੰ ਧਿਆਨ ਰੱਖਣ ਨੂੰ ਕਿਹਾ ਆ। ਹੁਣ ਜਿਹੜੀ ਪਹਿਲੀ ਗੱਲ ਆ, ਆਪਾਂ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਇਹਦੇ ਵਿੱਚੋਂ ਹੀ ਜਿਹੜੀ ਸਾਡੀ ਟੂ ਡੂ ਲਿਸਟ ਆ ਉਹ ਕਿੱਦਾਂ ਪੂਰੀ ਹੋਊਗੀ ਅਗਰ ਆਪਾਂ ਇਹਨਾਂ 2 ਚੀਜ਼ਾਂ ਨੂੰ ਸਮਝ ਲਈਏ, ਤੇ ਕਿੱਦਾਂ ਆਪਾਂ ਇਹ ਤੋਂ ਸ਼ਬਦ ਗੁਰੂ ਵੱਲ ਚੱਲ ਸਕਦੇ ਹਾਂ, ਇਹ ਅੱਜ ਆਪਾਂ ਡਿਸਕਸ ਕਰਨਾ। ਹੁਣ ਜਿਹੜੀ ਪਹਿਲੀ ਗੱਲ ਸੀਗੀ ਕਿ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਸਮਝ ਲਓ ਕਿ ਜਦੋਂ ਆਪਾਂ ਪੰਡਿਤ ਦੀ ਗੱਲ ਕਰਾਂਗੇ ਨਾ, ਤੇ ਪੰਡਿਤ ਵਰਡ ਨੂੰ ਸੋਚ ਕੇ ਕਿਤੇ ਇਹ ਨਾ ਸਮਝ ਲਿਓ ਜੇ ਕਿ ਇਹ ਤਾਂ ਸਿਰਫ ਜਿਹੜੇ ਹਿੰਦੂ ਪੰਡਿਤ ਨੇ, ਇਹ ਸਿਰਫ ਉਹਨਾਂ ਦੀ ਗੱਲ ਕੀਤੀ ਆ, ਜਾਂ ਗੁਰੂ ਮਹਾਰਾਜ ਨੇ ਸਿਰਫ ਹਿੰਦੂ ਪੰਡਿਤਾਂ ਦੀ ਗੱਲ ਕੀਤੀ, ਸਾਡੇ ਵਾਸਤੇ ਨਹੀਂ ਆ। ਨਹੀਂ, ਬਿਲਕੁਲ ਨਹੀਂ, ਇਹ ਸਾਡੇ ਸਾਰਿਆਂ ਵਾਸਤੇ ਆ। ਔਰ ਜਦੋਂ ਤੁਸੀਂ ਭਾਈ ਕਾਹਨ ਸਿੰਘ ਨਾਭਾ ਦਾ ਜਿਹੜਾ ਮਹਾਨ ਕੋਸ਼ ਆ ਉਹਦੇ ਵਿੱਚ ਪੰਡਿਤ ਦੇ ਅੱਖਰ ਜਿਹੜੇ ਅਰਥ ਕੱਢੋਗੇ ਨਾ ਕਿ ਉਹਦੇ ਸ਼ਬਦੀ ਅਰਥ ਕੀ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਆਪਣੇ ਆਪ ਜਾਂ ਜਿਹੜਾ ਗਿਆਨਵਾਨ ਹੋਵੇ, ਜਿਹੜਾ ਗਿਆਨ ਦਾ ਭੰਡਾਰ ਹੋਵੇ, ਉਹਨੂੰ ਪੰਡਿਤ ਕਿਹਾ ਜਾਂਦਾ। ਸੋ ਇੱਥੇ ਜਿਹੜਾ ਹਿੰਦੂ ਪੰਡਿਤ ਆ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਿਰਫ ਹਿੰਦੂ ਪੰਡਿਤ ਦੀ ਗੱਲ ਕਰਤੀ। ਹਰ ਉਹ ਬੰਦਾ ਜੋ ਗਿਆਨ ਰੱਖਦਾ ਆ, ਜਿਹੜਾ ਗਿਆਨ ਦੀ ਗੱਲ ਕਰਦਾ ਹੈ, ਜਿਹਦੇ ਕੋਲ ਗਿਆਨ ਦਾ ਭੰਡਾਰ ਹੈ, ਉਹਨੂੰ ਪੰਡਿਤ ਕਿਹਾ ਗਿਆ। ਹੁਣ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਇਹ ਜਿਹੜੀ ਚੀਜ਼ ਆਪਾਂ ਇਹਨੂੰ ਡੀਕੋਡੀਫਾਈ ਜਾਂ ਡੀਕਨਸਟਰਕਟ ਕਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਪਾਤਸ਼ਾਹ ਵਿਚਾਰ ਦੇ ਉੱਤੇ ਬੜੀ ਇੰਪੋਰਟੈਂਸ ਦਿੰਦੇ ਆ ਕਿ ਤੁਸੀਂ ਕੋਈ ਪੰਡਿਤ ਜਿਹੜਾ ਪੋਥੀਆਂ ਪੜ੍ਹ ਰਿਹਾ,
ਪਰ ਉਹ ਵਿਚਾਰ ਨਹੀਂ ਕਰ ਰਿਹਾ। ਔਰ ਇਹ ਗੱਲ ਆਪਾਂ ਐਜ਼ ਅ ਸਿੱਖ ਆਪਣੇ 'ਤੇ ਲਾ ਕੇ ਦੇਖੀਏ ਕਿ ਅਸੀਂ ਬਾਣੀ ਪੜ੍ਹੀ ਜਾਈਏ ਪਰ ਬਾਣੀ ਦੇ ਵਿੱਚੋਂ ਵਿਚਾਰ ਨਾ ਲਈਏ, ਤਾਂ ਉਹ ਸਾਡੇ ਵਾਸਤੇ ਓਨਾ ਹੀ ਘਾਤਕ ਹੈ ਜਿੰਨਾ ਇੱਥੇ ਗੁਰੂ ਮਹਾਰਾਜ ਪੰਡਿਤ ਬਾਰੇ ਗੱਲ ਕਰ ਰਹੇ ਆ। ਅਸੀਂ ਉਸੇ ਲਾਈਨ ਦੇ ਵਿੱਚ ਖੜੇ ਹੋ ਜਾਵਾਂਗੇ, ਅਸੀਂ ਸਿਰਫ ਬਾਣੀ ਨੂੰ ਪੜ੍ਹੀ ਜਾਈਏ, ਵਿਚਾਰ ਨਾ ਕਰੀਏ। ਹੁਣ ਇੱਥੇ ਸਵਾਲ ਇਹ ਆਉਂਦਾ ਕਿ ਵਿਚਾਰ ਦੇ ਉੱਤੇ ਇੰਪੋਰਟੈਂਸ ਕੀ ਆ, ਵਿਚਾਰ ਦੀ ਇੰਪੋਰਟੈਂਸ ਕੀ ਆ। ਇਨਸਾਨ ਜਿਹੜਾ ਹੈ, ਤੁਸੀਂ, ਮੈਂ, ਆਪਾਂ ਸਾਰੇ ਆਪਣੇ ਵਿਚਾਰਾਂ ਦੇ ਬਣੇ ਹੋਏ ਆ। ਇਸ ਗੱਲ ਨੂੰ ਆਪਾਂ ਥੋੜ੍ਹਾ ਜਿਹਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡਾ ਜਿਹੜਾ ਵਿਚਾਰ ਹੈ ਉਹ ਸਾਡਾ ਆਚਾਰ ਬਦਲਣ ਦੀ ਹਿੰਮਤ ਰੱਖਦੇ ਨੇ। ਜਦੋਂ ਸਾਡੇ ਵਿਚਾਰ ਬਦਲਣਗੇ ਸਾਡਾ ਆਚਾਰ ਆਪਣੇ ਆਪ ਬਦਲ ਜਾਊਗਾ। ਫਿਰ ਜਿਹੜੀ ਆਪਣੀ ਉਹ ਟੂ ਡੂ ਲਿਸਟ ਵਿੱਚ ਸੀਗਾ ਨਾ, ਉੱਪਰ ਸੱਚ ਆਚਾਰ, ਫਿਰ ਉਹ ਸੱਚ ਆਚਾਰ ਆਪਣੇ ਆਪ ਆਉਣਾ ਸ਼ੁਰੂ ਹੋ ਜਾਊਗਾ ਜਦੋਂ ਅਸੀਂ ਇਸ ਚੀਜ਼ ਨੂੰ ਆਪਣੇ ਵਿਚਾਰ ਬਦਲਣ ਦੀ ਕੋਸ਼ਿਸ਼ ਕਰਾਂਗੇ। ਹੁਣ ਮੇਰੇ ਨਾਲ ਜ਼ਰਾ ਡਿਸਕਸ਼ਨ ਦੇ ਵਿੱਚ ਚੰਗੀ ਤਰ੍ਹਾਂ ਮਨ ਲਗਾ ਕੇ ਇੱਕ ਗੱਲ ਸਮਝਿਓ ਜੇ। ਦੋ ਇਨਸਾਨ ਨੇ ਇਸ ਪੂਰੀ ਦੁਨੀਆ ਦੇ ਵਿੱਚ, ਪੂਰੀ ਸ੍ਰਿਸ਼ਟੀ ਦੇ ਵਿੱਚ, ਜਿੰਨੇ ਵੀ ਇਨਸਾਨ, ਆਪਾਂ ਦੋ ਛੱਡ ਦਿਓ, ਜਿੰਨੇ ਵੀ ਇਨਸਾਨ ਆ ਸਾਰੇ ਹੱਡ, ਮਾਸ ਤੇ ਖੂਨ ਦੇ ਬਣੇ ਹੋਏ ਆ। ਤੁਸੀਂ ਕੋਈ ਵੀ ਐਸਾ ਇਨਸਾਨ, ਇੱਕ ਵੀ ਜਿਹੜਾ ਕਿਸੇ ਹੋਰ ਮਟੀਰੀਅਲ ਦਾ ਬਣਿਆ, ਤਾਂ ਉਹ ਮੈਨੂੰ ਦੱਸਿਓ। ਐਸਾ ਕੋਈ ਵੀ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਇਸ ਮਟੀਰੀਅਲ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਬਣਿਆ ਹੋਵੇ। ਸੋ ਬਾਡੀ ਹਰ ਕਿਸੇ ਦਾ ਮਟੀਰੀਅਲ ਸੇਮ ਹੈ। ਹਰ ਕਿਸੇ ਦੇ ਵਿੱਚ ਇੱਕ ਹੀ ਦਿਲ ਹੈ, ਹਰ ਕਿਸੇ ਦੇ ਵਿੱਚ ਕਿਡਨੀਜ਼ ਵੀ ਹੈ, ਲੰਗਸ ਵੀ ਹੈ। ਐਵਰੀਥਿੰਗ ਜੋ ਵੀ ਗੁਰੂ ਨੇ, ਜੋ ਵੀ ਪਰਮਾਤਮਾ ਨੇ, ਅੱਲਾ ਨੇ, ਵਾਹਿਗੁਰੂ ਨੇ, ਜਿਸ ਵੀ ਨਾਮ ਨਾਲ ਆਪਾਂ ਉਸ ਸ਼ਕਤੀ ਨੂੰ ਜਾਣਦੇ ਹਾਂ, ਉਸਨੇ ਹਰ ਇੱਕ ਬੰਦੇ ਨੂੰ ਇੱਕੋ ਜਿਹਾ ਬਣਾਇਆ। ਹੁਣ ਜਦੋਂ ਉਹ ਧਰਤੀ 'ਤੇ ਆ ਗਏ, ਉਹ ਇੱਕੋ ਜਿਹੇ ਦਿਖਣ ਵਾਲੇ ਇਨਸਾਨ, ਇੱਕ ਉਹਨਾਂ ਵਿੱਚੋਂ ਬੜਾ ਫੈਸਿਸਟ ਹੋ ਕੇ ਉੱਭਰਦਾ ਹੈ ਅਤੇ ਦੂਸਰਾ ਬੜਾ ਕਾਇੰਡ ਜਾਂ ਸੱਚਾ ਮਾਨਵ ਹੋ ਕੇ ਉੱਭਰਦਾ ਹੈ। ਇਹ ਕਿੱਦਾਂ ਹੋ ਗਿਆ? ਇਹ ਕਿੱਦਾਂ ਹੋ ਜਾਂਦਾ ਹੈ ਕਿ ਇੱਕੋ ਤਰ੍ਹਾਂ ਦੇ ਦਿਖਣ ਵਾਲੇ ਬੰਦੇ ਦੋ ਅਲੱਗ-ਅਲੱਗ ਐਕਸਟ੍ਰੀਮ, ਅਲੱਗ-ਅਲੱਗ ਵਿਚਾਰਧਾਰਾ ਦੇ ਮਾਲਕ ਕਿਵੇਂ ਹੋ ਜਾਂਦੇ ਆ? ਹੁਣ ਬਹੁਤੇ ਲੋਕ ਜਿਹੜੇ ਇਹਦਾ ਮੈਨੂੰ ਜਵਾਬ ਦਿੰਦੇ ਆ ਨਾ, ਉਹ ਇਹ ਕਹਿ ਦਿੰਦੇ ਆ ਜੀ ਜਿਹੜਾ ਧਰਮ, ਕਿਉਂਕਿ ਜਿਹੜੀ ਤੁਹਾਡੀ ਧਾਰਮਿਕ ਇਨਕਲੀਨੇਸ਼ਨ ਹੈ ਉਹ ਤੁਹਾਨੂੰ ਇੱਦਾਂ ਦਾ ਕੰਸਟਰਕਟ ਕਰ ਦਿੰਦੀ ਆ। ਬਹੁਤੇ ਲੋਕ ਮੈਨੂੰ ਕਹਿੰਦੇ, ਦੇਖੋ ਜਿਹੜਾ ਧਰਮ ਹੈ ਨਾ ਉਹਨੇ ਬਹੁਤ ਲੜਾਈਆਂ ਕਰਾਈਆਂ, ਔਰ ਇਹੋ ਜਿਹੇ ਅਲੱਗ-ਅਲੱਗ ਫਲਸਫੇ ਆਪਣੇ ਲੋਕ ਲੈ ਕੇ ਆਉਂਦੇ ਆ। ਤਾਂ ਮੈਂ ਉਹਨਾਂ ਨੂੰ ਮੇਰਾ ਉਹਨਾਂ ਨਾਲ ਵੀ ਇੱਕੋ ਹੀ ਇਸੇ ਗੱਲ ਦੇ ਉੱਤੇ ਰਹਿੰਦੀ ਹੁੰਦੀ ਆ ਕਿ ਜੇ ਧਰਮ ਦੀ ਵੀ ਗੱਲ ਕਰ ਲਈਏ ਤਾਂ ਸਾਡੇ ਕੋਲ ਐਸੇ ਵੀ ਲੋਕ ਹੋਏ ਨੇ, ਸਾਡੇ ਕੋਲ ਐਗਜ਼ਾਮਪਲਸ ਨੇ ਬਕਾਇਦਾ, ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੱਕੋ ਧਰਮ ਦੇ ਦੋ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ। ਬੜੀ ਜਿਹੜੀ ਇੰਪੋਰਟੈਂਟ ਇੱਕ ਐਗਜ਼ਾਮਪਲ ਆ ਉਹ ਇਹ ਹੈ, ਸਭ ਤੋਂ ਪਹਿਲਾਂ ਤਾਂ ਜੇ ਆਪਾਂ ਅੱਜ ਦੇ ਵਰਤਾਰੇ ਵਿੱਚੋਂ ਹੀ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਆ, ਹੁਣ ਉਹਨਾਂ ਦੇ ਵਿੱਚੋਂ ਮੈਂ ਸਿਰਫ ਪੰਜਾਬੀ ਪ੍ਰੋਟੈਸਟਰਸ ਦੀ ਗੱਲ ਕਰਾਂ ਤਾਂ ਉਹਨਾਂ ਵਿੱਚੋਂ ਮੈਜੋਰਿਟੀ ਜਿਹੜੇ ਆ ਉਹ ਸਿੱਖ ਰਿਲੀਜਨ ਦੇ ਨਾਲ, ਸਿੱਖ ਧਰਮ ਦੇ ਨਾਲ ਵਾਸਤਾ ਰੱਖਦੇ ਆ, ਔਰ ਗਾਂਧੀ ਵਰਗੇ ਜਿਹੜੇ ਆ ਉਹ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਵੀ ਦੱਸਦੇ ਆ। ਹੁਣ ਜੇ ਆਪਾਂ ਉੱਥੇ ਉਹਨਾਂ ਦਾ ਵਰਤਾਰਾ ਦੇਖੀਏ, ਜਿਸ ਤਰੀਕੇ ਨਾਲ ਨਾ ਸਿਰਫ ਉਹ ਉੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਉੱਥੇ ਬਕਾਇਦਾ ਲੰਗਰ ਵੀ ਚੱਲ ਰਹੇ ਨੇ, ਉੱਥੇ ਹਰ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਫ੍ਰੀ ਵੰਡਣੀ ਸ਼ੁਰੂ ਕੀਤੀ ਆ। ਇੱਥੇ ਤੱਕ ਕਿ ਗਰੀਬ ਗੁਰਬੇ ਦੇ ਜਿਹੜੇ ਆਸ-ਪਾਸ ਦੇ ਲੋਕ ਆ ਉਹ ਵੀ ਉੱਥੋਂ ਆਪਣਾ ਢਿੱਡ ਭਰ ਕੇ ਜਾ ਰਹੇ ਨੇ, ਗਰਮ ਕੱਪੜੇ ਲੈ ਕੇ ਜਾ ਰਹੇ ਨੇ। ਹਰ ਇੱਕ ਚੀਜ਼ ਜਿਹੜੀ ਆ ਉਹ ਸੇਵਾ ਦਾ ਭਾਵ ਉੱਥੇ ਜੋ ਸਿੱਖੀ ਦੇ ਵਿੱਚੋਂ ਮਿਲਦਾ ਉਹ ਉੱਥੇ ਤੁਹਾਨੂੰ ਨਜ਼ਰ ਆ ਰਿਹਾ ਹੈ। ਇੱਥੋਂ ਤੱਕ ਕਿ ਕੁਝ ਸਾਡੇ ਜਿਹੜੇ ਉੱਥੇ ਵਲੰਟੀਅਰ ਨੇ ਉਹਨਾਂ ਨੇ ਬਕਾਇਦਾ ਉੱਥੋਂ ਦੇ ਆਸ-ਪਾਸ ਦੇ ਝੁੱਗੀ ਝੌਂਪੜੀਆਂ ਦੇ ਬੱਚਿਆਂ ਵਾਸਤੇ ਸਕੂਲ ਵੀ ਖੋਲ੍ਹ ਦਿੱਤੇ ਆ। ਉੱਥੇ ਇਸ ਟਾਈਮ ਦੇ ਉੱਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਇਆ ਹੋਇਆ ਲੰਗਰ, ਉਸ ਤੋਂ ਬਾਅਦ ਜਿਹੜਾ ਦਵਾਖਾਨੇ, ਔਰ ਜਿਹੜੇ ਸਾਡੇ ਜਿਹਨੂੰ ਆਪਾਂ ਸਕੂਲ ਕਹਿੰਦੇ ਆ ਜਾਂ ਜਿਹੜੇ ਪਾਠਸ਼ਾਲਾ ਕਹਿੰਦੇ ਆ, ਉਹ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈਗੀ ਆ। ਪਿੱਛੇ ਜੇ ਮੈਨੂੰ ਸੁਣਨ 'ਚ ਆਇਆ ਸੀਗਾ ਕਿ ਉੱਥੇ ਉਹ ਕੁਸ਼ਤੀ ਵੀ ਕਰਾਉਣ ਲੱਗੇ ਆ। ਸੋ ਬੇਸਿਕਲੀ ਉਹ ਮੱਲ ਅਖਾੜਿਆਂ ਵਾਲੀ ਗੱਲ ਵੀ ਆ ਗਈ। ਤਾਂ ਮੈਨੂੰ ਉਹ ਲੱਗਦਾ ਕਿ ਸਾਰਾ ਦਾ ਸਾਰਾ ਜਿਹੜਾ ਸਿੱਖੀ ਫਲਸਫਾ ਆ ਉਹ ਉੱਥੇ ਕੰਮ ਕਰ ਰਿਹਾ ਇਸ ਟਾਈਮ ਦੇ ਉੱਤੇ। ਪਰ ਉਹ ਇੱਕ ਦੂਜੇ ਨਾਲ ਲੜ ਨਹੀਂ ਰਹੇ ਨਾ, ਔਰ ਉਹ ਬਕਾਇਦਾ ਸਭ ਤੋਂ ਵੱਡਾ ਪੀਸਫੁਲ ਪ੍ਰੋਟੈਸਟ ਇਸ ਟਾਈਮ 'ਤੇ ਮੰਨਿਆ ਜਾ ਰਿਹਾ। ਉਹਦੇ ਵਿਪਰੀਤ ਤੁਸੀਂ ਲੈ ਲਓ ਤਾਂ ਅਮਰੀਕਾ ਦੇ ਵਿੱਚ ਜੋ ਹੋਇਆ ਪਾਰਲੀਮੈਂਟ ਦੇ ਉੱਤੇ, ਜਿਸ ਤਰੀਕੇ ਨਾਲ ਉਹ ਸਾਰੇ ਚੜ੍ਹ ਗਏ, ਉੱਥੇ ਤਾਂ ਕੋਈ ਰਿਲੀਜਨ ਨਹੀਂ ਕੰਮ ਕਰ ਰਿਹਾ ਸੀਗਾ। ਉੱਥੇ ਤਾਂ ਸਿਰਫ ਇੱਕ ਖਾਸ ਇਨਸਾਨ ਦੇ ਪ੍ਰੋਟੈਸਟਰਸ ਜਿਹੜੇ ਉਹਦੇ ਫੇਵਰ ਕਰਦੇ ਆ, ਉਹੀ ਪ੍ਰੋਟੈਸਟ ਕਰ ਰਹੇ ਸੀਗੇ। ਤਾਂ ਉੱਥੇ ਤਾਂ ਹਿੰਸਾ ਹੋ ਗਈ। ਸੋ ਰਿਲੀਜਨ ਜਿਹੜਾ ਉਹ ਰਿਲੀਜਨ ਦੇ ਵਿੱਚੋਂ ਹਿੰਸਾ ਨਿਕਲ ਕੇ ਆਉਂਦੀ ਆ। ਇੱਥੇ ਆਪਣੇ ਆਪ 'ਚ ਹੀ ਗੱਲਾਂ ਬੜੀਆਂ ਕਲੀਅਰ ਹੋ ਜਾਂਦੀਆਂ ਕਿ ਇੱਕ ਜਗ੍ਹਾ ਦੇ ਉੱਤੇ ਜਿੱਥੇ ਸਿਰਫ ਰਿਲੀਜਨ
ਦਾ ਜਿਹੜਾ ਇੱਕ ਫਲਸਫਾ ਹੈ, ਮੈਕਸੀਮਮ ਰਿਲੀਜਨ ਦੇ ਸਿੱਖੀ ਦੇ ਫਲਸਫੇ ਦੇ ਵਿੱਚੋਂ ਗੱਲਾਂ ਨਿਕਲ ਕੇ ਆ ਰਹੀਆਂ। ਉੱਥੇ ਇਹੋ ਜਿਹੀ ਕੋਈ ਲੜਾਈ ਝਗੜਾ ਨਹੀਂ ਨਜ਼ਰ ਆ ਰਿਹਾ। ਪਰ ਦੂਜੇ ਪਾਸੇ ਜਿੱਥੇ ਰਿਲੀਜਨ ਦੀ ਗੱਲ ਵੀ ਨਹੀਂ ਹੈ, ਉੱਥੇ ਲੜਾਈ ਝਗੜਾ ਵੀ ਨਜ਼ਰ ਆ ਰਿਹਾ। ਹੁਣ ਆਪਾਂ ਆਈਏ ਜਿਹੜੀ ਆਪਣੀ ਗੱਲ ਸੀਗੀ ਕਿ ਕਿਸ ਤਰੀਕੇ ਨਾਲ ਉਹ ਜਿਹੜਾ ਹੱਡ ਮਾਸ ਦੇ ਹੀ ਬਣੇ ਹੋਏ ਲੋਕ ਉਹ ਦੋ ਅਲੱਗ-ਅਲੱਗ ਵਿਚਾਰਧਾਰਾਵਾਂ ਦੇ ਕਿੱਦਾਂ ਹੋ ਜਾਂਦੇ ਆ। ਲੋਕ ਕਹਿੰਦੇ ਆ ਜੀ ਧਰਮ ਉਹਨਾਂ ਨੂੰ ਬਣਾ ਦਿੰਦਾ। ਹੁਣ ਆਪਣੇ ਕੋਲ ਇੱਕ ਬੜਾ ਵੱਡਾ ਇੰਪੋਰਟੈਂਟ ਐਗਜ਼ਾਮਪਲ ਜਿਹੜੀ ਹੈਗੀ ਆ, ਔਰ ਬੜੀ ਪ੍ਰੋਮੀਨੈਂਟ ਐਗਜ਼ਾਮਪਲ ਆ, ਉਹ ਹੈ ਸੂਬਾ ਸਰਹੰਦ ਦੀ ਅਤੇ ਨਵਾਬ ਮਲੇਰਕੋਟਲਾ। ਦੋਵੇਂ ਬਕਾਇਦਾ ਇਸਲਾਮਿਕ ਹੈ, ਦੋਵੇਂ ਹੀ ਮੁਸਲਮਾਨ ਨੇ, ਔਰ ਦੋਵਾਂ ਦਾ ਧਰਮ ਵੀ ਇੱਕ ਹੈ। ਪਰ ਇੱਕ ਬੰਦਾ ਹੈ ਉਹ ਜ਼ਾਲਮ ਅਤੇ ਜ਼ੁਲਮ ਦੀ ਇੰਤਹਾ ਦਾ ਜਿਹੜਾ ਉਹ ਆਪਣੇ ਆਪ ਨੂੰ ਬਣਾ ਲੈਂਦਾ ਕਿ, ਔਰ ਉਹ ਕਹਿੰਦਾ, ਔਰ ਬਕਾਇਦਾ ਉਹਨੇ ਆਪਣੇ ਧਰਮ ਨੂੰ ਅੱਗੇ ਰੱਖ ਕੇ ਔਰ ਧਰਮ ਦੇ ਉੱਤੇ ਚੱਲਦਿਆਂ ਉਹਨੇ ਕਿਹਾ ਕਿ ਮੈਂ ਇਸ ਤਰ੍ਹਾਂ ਇਹ ਜ਼ੁਲਮ ਤੇ ਮੈਨੂੰ ਕਰਨਾ ਪੈਣਾ। ਉਹਦੇ ਹੀ ਅਗੇਂਸਟ ਨਵਾਬ ਮਲੇਰਕੋਟਲਾ ਹੈ ਜਿਹੜੇ ਉਹ ਕਹਿੰਦੇ ਆ ਕਿ ਬੇਸ਼ੱਕ ਜਿਹੜੀ ਮੇਰੀ ਇਹਨਾਂ ਦੇ ਬਾਪ ਦੇ ਨਾਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਜਿਹੜੀ ਦੁਸ਼ਮਣੀ ਆ ਉਹ ਚੱਲਦੀ ਰਹੂਗੀ, ਪਰ ਮੇਰਾ ਇਸਲਾਮ, ਮੇਰਾ ਧਰਮ ਮੈਨੂੰ ਬੱਚਿਆਂ ਦੇ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਹੁਣ ਇਹ ਦੋ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਨੇ, ਹੈ ਉਹਨਾਂ ਦਾ ਧਰਮ ਦੋਵਾਂ ਦਾ ਇੱਕੋ ਹੀ ਹੈ। ਸੋ ਇੱਥੋਂ ਇਹ ਗੱਲ ਸਮਝ ਲਈਏ ਕਿ ਧਰਮ ਜਿਹੜਾ ਇਕੱਲਾ ਇੱਕ ਵਰਡ ਧਰਮ ਹੈ ਨਾ, ਉਹ ਇੱਕ ਤਰ੍ਹਾਂ ਦੀ ਵਿਚਾਰਧਾਰਾ ਨਹੀਂ ਦੇ ਰਿਹਾ। ਸੋ ਫਰਕ ਕਿੱਥੇ ਆ, ਸਾਨੂੰ ਇਹ ਦੇਖਣਾ ਇੱਥੇ ਜ਼ਰੂਰੀ ਆ ਕਿ ਫਰਕ ਕੀ ਆ। ਦੋਵੇਂ ਹੱਡ ਮਾਸ ਦੇ ਨੇ, ਔਰ ਦੋਵਾਂ ਦਾ ਜਿਹੜਾ ਬਿਲਡਿੰਗਸ ਮਟੀਰੀਅਲ ਆ ਉਹ ਸੇਮ ਆ, ਦੋਵੇਂ ਆਦਮੀ ਹੀ ਹੈ। ਐਸਾ ਵੀ ਨਹੀਂ ਕਿ ਇੱਕ ਆਦਮੀ ਇੱਕ ਔਰਤ ਆ, ਨਹੀਂ, ਦੋਵੇਂ ਆਦਮੀ ਹੀ ਹੈ, ਔਰ ਦੋਨਾਂ ਦਾ ਧਰਮ ਵੀ ਇੱਕੋ ਹੀ ਹੈ। ਪਰ ਫਿਰ ਡਿਫਰੈਂਸ ਕਿੱਥੇ ਆ ਗਿਆ ਹੈ ਨਾ, ਉਹਨਾਂ ਦਾ ਫਰਕ ਕੀ ਆ, ਉਹਨਾਂ ਦੇ ਜਿਹੜਾ ਆਚਾਰ ਆ, ਜਿਹੜਾ ਉਹਨਾਂ ਦਾ ਵਰਤਾਰਾ ਆ, ਉਹ ਅਲੱਗ-ਅਲੱਗ ਕਿਉਂ ਹੋ ਗਿਆ। ਤਾਂ ਉੱਥੇ ਫਰਕ ਆਉਂਦਾ ਆ ਤੁਹਾਡੇ ਵਿਚਾਰਾਂ ਦਾ। ਇੱਕ ਦੇ ਵਿਚਾਰ ਕਿਹੋ ਜਿਹੇ ਨੇ, ਦੂਸਰੇ ਦੇ ਵਿਚਾਰ ਕਿਹੋ ਜਿਹੇ ਨੇ, ਉਹਨਾਂ ਦਾ ਫਰਕ ਆਉਂਦਾ। ਇਸ ਕਰਕੇ ਜਿਹੜਾ ਵਿਚਾਰ ਹੈ ਉਹਨੂੰ ਗੁਰੂ ਮਹਾਰਾਜ ਨੇ ਇੰਨੀ ਜ਼ਿਆਦਾ ਇੰਪੋਰਟੈਂਸ ਦਿੱਤੀ ਆ। ਤੁਸੀਂ ਕੁਝ ਵੀ ਹੋ ਸਕਦੇ ਹੋ, ਤੁਸੀਂ ਹਿੰਦੂ ਹੋ ਸਕਦੇ ਹੋ, ਤੁਸੀਂ ਸਿੱਖ ਹੋ ਸਕਦੇ ਹੋ, ਮੁਸਲਮਾਨ, ਈਸਾਈ, ਤੁਸੀਂ ਨਾਰੀਵਾਦੀ ਹੋ ਸਕਦੇ ਹੋ, ਤੁਸੀਂ ਪੁਰਸ਼ਵਾਦੀ ਹੋ ਸਕਦੇ ਹੋ, ਤੁਸੀਂ ਕਿਸੇ ਤਰ੍ਹਾਂ ਦੀ ਵੀ, ਤੁਸੀਂ ਮਾਰਕਸਵਾਦੀ ਹੋ ਸਕਦੇ ਹੋ, ਤੁਸੀਂ ਆਸਤਕ ਹੋ ਸਕਦੇ ਹੋ, ਨਾਸਤਕ ਹੋ ਸਕਦੇ ਹੋ। ਪਰ ਕੋਈ ਵੀ ਚੀਜ਼ ਜਿਹੜੀ ਹੈ, ਤੁਹਾਡਾ ਜੋ ਵੀ ਤੁਸੀਂ ਹੈਗੇ ਹੋ, ਜੇ ਤੁਹਾਡੇ ਉਹ ਵਿਚਾਰਾਂ ਦੇ ਉੱਤੇ, ਉਹ ਤੁਹਾਡੇ ਵਿਚਾਰ ਕਿੱਦਾਂ ਦੇ ਬਣਾਉਂਦੀ ਆ, ਉੱਥੋਂ ਤੁਹਾਡਾ ਆਚਾਰ ਨਿਕਲ ਕੇ ਆਊਗਾ। ਬੇਸਿਕਲੀ ਤੁਹਾਡਾ ਕੁਝ ਵੀ ਹੋ ਜਾਣਾ, ਤੁਹਾਡੇ ਇੱਕ ਲੇਬਲ ਤੁਹਾਡੇ ਨਾਲ ਲੱਗ ਜਾਣਾ, ਉਹ ਤੁਹਾਨੂੰ ਡਿਫਾਈਨ ਨਹੀਂ ਕਰਦਾ। ਤੁਹਾਡਾ ਕਿਰਦਾਰ ਤੁਹਾਨੂੰ ਡਿਫਾਈਨ ਕਰਦਾ, ਤੁਹਾਡਾ ਆਚਾਰ ਤੁਹਾਨੂੰ ਡਿਫਾਈਨ ਕਰਦਾ, ਔਰ ਉਹ ਆਚਾਰ ਤੁਹਾਡੇ ਵਿਚਾਰਾਂ 'ਚੋਂ ਨਿਕਲੂਗਾ। ਇਸ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਵਿਚਾਰਾਂ ਦੀ ਜਿਹੜੀ ਗੋਸ਼ਟੀ, ਉਹਦੀ ਇੰਨੀ ਇੰਪੋਰਟੈਂਸ ਸਾਨੂੰ ਦਿੱਤੀ ਆ ਕਿ ਤੁਸੀਂ ਵਿਚਾਰ ਕਿੱਦਾਂ ਦੇ ਹੋਣੇ ਚਾਹੀਦੇ ਆ ਤੁਹਾਡੇ। ਸੋ ਪੰਡਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ। ਹੁਣ ਇੱਥੋਂ ਤੱਕ ਗੱਲ ਮੈਨੂੰ ਲੱਗਦਾ ਕਿ ਇਹ ਕਲੀਅਰ ਹੋ ਗਈ ਕਿ ਵਿਚਾਰ ਜਿਹੜੇ ਆ ਉਹ ਸਮਝਣੇ ਕਿਉਂ ਜ਼ਰੂਰੀ ਆ। ਸੋ ਜੇ ਤੁਸੀਂ ਸ਼ਬਦ ਗੁਰੂ ਦੇ ਆਪਾਂ ਲੜ ਲੱਗਣ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਜਿਹੜੇ ਵਿਚਾਰ ਨੇ ਉਹਨਾਂ ਨੂੰ ਬੁੱਝਣਾ ਪੈਣਾ, ਉਹ ਵਿਚਾਰ ਬੁੱਝਣੇ ਪੈਣੇ ਆ। ਪਰ ਇਹਦੇ ਨਾਲ ਹੀ ਹੁਣ ਸਾਨੂੰ ਗੁਰੂ ਮਹਾਰਾਜ ਇੱਕ ਜਗ੍ਹਾ ਦੇ ਉੱਤੇ ਹੋਰ ਕੌਸ਼ੀਅਸ ਕਰ ਦਿੰਦੇ ਆ। ਉਹ ਕੀ ਕਹਿੰਦੇ ਆ, ਉਹ ਕਹਿੰਦੇ ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ, ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ। ਉਹ ਕਹਿੰਦੇ ਕਿ ਬਹੁਤ ਸਾਰੇ ਐਸੇ ਪੰਡਿਤ ਵੀ ਹੈਗੇ ਆ ਜਿਹੜੇ ਵੇਦਾਂ ਦਾ ਵਿਚਾਰ ਵੀ ਕਰ ਲੈਂਦੇ ਆ, ਵਿਚਾਰ ਕਰਦੇ ਆ, ਪਰ ਫਿਰ ਵੀ ਉਹ ਜਿਹੜੇ ਇਹ ਆਉਣ ਜਾਣ ਦੇ ਇਸ ਚੱਕਰ 'ਚੋਂ ਬਾਹਰ ਨਹੀਂ ਨਿਕਲਦੇ। ਕਿਉਂ? ਕਿਉਂਕਿ ਉਹ ਵਾਦ ਵਿਵਾਦ ਦੇ ਵਿੱਚ ਹੀ ਫਸੇ ਰਹਿੰਦੇ ਆ। ਹੁਣ ਇਹ ਗੱਲ ਅਗੇਨ ਬੜੀ ਇੰਪੋਰਟੈਂਟ ਆ ਕਿ ਤੁਸੀਂ ਹੋ ਸਕਦਾ ਕਿ ਜੇ ਮੈਂ ਹੁਣ ਇਹਦੇ ਵਿੱਚੋਂ ਹੀ ਸਾਡਾ ਜਿਹੜੀ ਆਪਾਂ ਗੱਲ ਕੀਤੀ ਸੀਗੀ ਫਸਟ ਟੂ ਡੂ ਲਿਸਟ ਵਿੱਚ, ਕਿ ਸਾਡੇ ਹੰਕਾਰ ਦੀ ਗੱਲ ਆ ਜਾਂਦੀ ਆ। ਬਹੁਤ ਸਾਰੇ, ਜਦੋਂ ਗੁਰੂ ਮਹਾਰਾਜ ਕਹਿੰਦੇ ਕਿ ਬਹੁਤ ਸਾਰੇ ਐਸੇ ਪੰਡਿਤ ਨੇ ਜਿਹੜੇ ਵਿਚਾਰ ਵੀ ਕਰਦੇ ਆ, ਪਰ ਉਹਨਾਂ ਵਿਚਾਰਾਂ ਦੇ ਵਿੱਚੋਂ ਵੀ ਉਹ ਇੱਕ ਆਪਣੇ ਆਪ ਦੇ ਇੱਕ ਡਾਇਲਮਾ ਦੇ ਵਿੱਚ ਫਸ ਜਾਂਦੇ, ਇੱਕ ਦੂਸਰੇ ਦੇ ਨਾਲ ਵਿਵਾਦ 'ਚ ਫਸ ਕੇ ਆਉਣ ਜਾਣ ਦੇ ਚੱਕਰ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ। ਹੁਣ ਇੱਥੇ ਸਾਨੂੰ ਕੀ ਦੱਸਿਆ ਜਾ ਰਿਹਾ ਕਿ ਜਦੋਂ ਤੁਸੀਂ ਵਿਚਾਰ ਕਰ ਲਿਆ ਨਾ, ਤਾਂ ਉਹਨਾਂ ਵਿਚਾਰਾਂ ਨੂੰ ਇਸ ਤਰੀਕੇ ਨਾਲ ਨਾ ਇਹ ਤੁਹਾਡੇ ਵਿਚਾਰ ਇੰਜ ਨਾ ਹੋ ਜੇ, ਕਿਉਂਕਿ ਤੁਸੀਂ ਨੌਲੇਜ ਗ੍ਰਾਸਪ ਕੀਤੀ ਆ, ਤਾਂ ਉਹ ਤੁਹਾਡੀ ਈਗੋ ਬਣ ਜੂਗੀ। ਅਗਰ ਤੁਹਾਡੀ ਈਗੋ ਬਣ ਗਈ, ਕਿਉਂਕਿ ਆਪਾਂ ਵਾਦ ਵਿਵਾਦ 'ਚ ਕਦੋਂ ਪੈਂਦੇ ਹਾਂ, ਸਾਨੂੰ ਜਦੋਂ ਇਹ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੇਰੀ ਨੌਲੇਜ ਸਭ ਤੋਂ ਬੈਸਟ ਆ। ਆਪਾਂ ਇਹ ਕਿਉਂ ਕਹਿੰਦੇ ਹਾਂ, ਹਰ ਇੱਕ ਬੰਦਾ ਇਹ ਕਿਉਂ ਕਹਿੰਦਾ ਕਿ ਮੇਰਾ ਜਿਹੜਾ ਓਕੇ, ਆਪਾਂ ਅਗਰ ਰਿਲੀਜਨ ਦੀ ਉਹ ਗੱਲ ਕਰੀਏ ਕਿ ਮੇਰਾ ਧਰਮ ਜਿਹੜਾ ਬੈਸਟ ਆ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਈਗੋ ਦੇ ਨਾਲ ਅਟੈਚ ਕਰ ਲੈਂਦੇ ਹਾਂ ਆਪਾਂ, ਉਹਨੂੰ ਸਬਜੈਕਟਿਵਲੀ ਜਾਂ ਓਬਜੈਕਟਿਵਲੀ ਦੇਖਦੇ ਨਹੀਂ।
ਆਪਾਂ ਉਹਨੂੰ ਘੋਖਦੇ ਨਹੀਂ ਕਿ ਕਿਹੜੀ ਗੱਲ ਆਪਣੇ 'ਚ ਸਹੀ ਆ ਗਲਤ ਆ, ਉਹ ਆਪਾਂ ਨਹੀਂ ਘੋਖਦੇ। ਆਪਾਂ ਉਹਨੂੰ ਬੜਾ ਰਿਜਿਡ ਹੋ ਕੇ ਆਪਣੀ ਈਗੋ ਦੇ ਨਾਲ ਅਟੈਚ ਕਰ ਲੈਂਦੇ ਹਾਂ। ਮੇਰਾ ਔਰ ਇਹਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਜਦੋਂ ਆਪਣੀ ਜਿਹੜੀ ਆਪਾਂ ਸਿਰਫ ਸਿੱਖਾਂ ਦੀ ਗੱਲ ਕਰੀਏ ਤਾਂ ਬਹੁਤੇ ਸਾਰੇ ਜਿਹੜੇ ਸਾਡੇ ਸਿੱਖਾਂ ਦੇ ਵਿੱਚ ਇੱਕ ਪ੍ਰੋਬਲਮ ਆ ਗਈ ਆ ਕਿ ਇੱਕ ਜਿਹੜਾ ਇੱਕ ਧਿਰ ਆ ਉਹ ਦੂਜੇ ਨੂੰ ਭੇਡਾਂ ਕਹਿ ਰਿਹਾ ਹੁੰਦਾ, ਦੂਸਰਾ ਜਿਹੜੀ ਧਿਰ ਆ ਉਹ ਪਹਿਲੇ ਨੂੰ ਭੇਡਾਂ ਕਹਿ ਰਿਹਾ ਹੁੰਦਾ, ਤੇ ਹੈ ਦੋਨੋਂ ਹੀ ਸਿੱਖ। ਸਾਨੂੰ ਇਸ ਚੀਜ਼ ਨੂੰ ਸਮਝਣਾ ਪਊਗਾ ਕਿ ਜੇ ਆਪਾਂ ਦੋਨੋਂ ਹੀ ਸਿੱਖ ਹਾਂ ਤਾਂ ਸਾਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਆ, ਔਰ ਭੇਡਾਂ ਦਾ ਕੀ। ਭੇਡਾਂ ਤੋਂ ਮਤਲਬ ਕਿ ਇੱਕ ਆਪਾਂ ਕੌਨਫਲਿਕਟ ਵਿੱਚ ਪੈਂਦੇ ਆ, ਹੈ ਨਾ। ਉਹ ਕੌਨਫਲਿਕਟ ਕੀ ਆ ਸਾਨੂੰ ਇਹ ਸਮਝਣਾ ਪਊਗਾ। ਉਸ ਸਮਝਣ ਤੋਂ ਬਾਅਦ ਸਾਨੂੰ ਅੱਗੇ ਗੱਲਾਂ ਕਰਨੀਆਂ ਪੈਣਗੀਆਂ। ਹੁਣ ਗੁਰੂ ਮਹਾਰਾਜ ਨੇ ਸਾਨੂੰ ਕੋਸ਼ਿਸ਼ ਕਰਤਾ ਕਿ ਐਸੇ ਬੜੇ ਸਾਰੇ ਪੰਡਤ ਨੇ ਜਿਹੜੇ ਬਕਾਇਦਾ ਵੇਦਾਂ ਨੂੰ ਪੜ੍ਹ ਕੇ ਉਹਨਾਂ ਨੂੰ ਵਿਚਾਰ ਵੀ ਕਰਦੇ ਆ, ਪਰ ਉਹ ਇੱਕ ਦੂਜੇ ਦੇ ਕੌਨਫਲਿਕਟ ਵਿੱਚ ਹੀ ਪੈ ਜਾਂਦੇ ਆ। ਇਹਦਾ ਮਤਲਬ ਕੀ? ਹੁਣ ਇਹਨੂੰ ਧਿਆਨ ਨਾਲ ਦੇਖੀਏ ਕਿ ਇਹਦਾ ਮਤਲਬ ਕੀ ਕਿ ਉਹਨਾਂ ਨੇ ਸਿਰਫ ਵਿਚਾਰ ਕੀਤਾ ਸੁਪਰਫਿਸ਼ੀਅਲ ਲੈਵਲ ਦੇ ਉੱਤੇ। ਉਹਨਾਂ ਨੇ ਬਿਲਕੁਲ ਉਸ ਬੱਚੇ ਵਾਂਗੂ ਘੋਟਾ ਲਾਇਆ ਜਿਹੜਾ ਬੱਚਾ ਇੱਕ ਦਿਨ ਜਿਹੜਾ ਜਦੋਂ ਅਗਲੇ ਦਿਨ ਉਹਨਾਂ ਦਾ ਨੈਕਸਟ ਡੇ ਐਗਜ਼ਾਮ ਆ ਤਾਂ ਇੱਕ ਦਿਨ ਪਹਿਲਾਂ ਜਿਹੜਾ ਉਹ ਘੋਟਾ ਲਾਉਂਦੇ ਆ, ਪੜ੍ਹਦੇ ਆ, ਅਤੇ ਉਹਨੂੰ ਯਾਦ ਕਰਕੇ ਅਗਲੇ ਦਿਨ ਉਹਨਾਂ ਨੇ ਐਗਜ਼ਾਮ ਦੇ ਵਿੱਚ ਲਿਖਣਾ ਆ ਬਸ। ਕਿਉਂਕਿ ਉਹਨਾਂ ਨੂੰ ਇੱਕ ਪਰਟੀਕੂਲਰ ਉਹਨਾਂ ਦਾ ਟਾਰਗੇਟ ਆ, ਔਰ ਟਾਰਗੇਟ ਕੀ ਆ ਕਿ ਅਸੀਂ ਪਾਸ ਹੋਣਾ ਹੈ ਜਾਂ ਸਾਡੇ ਨੰਬਰ ਵਧੀਆ ਆ ਜਾਣ, ਉਹ ਟਾਰਗੇਟ ਆ। ਸੋ ਐਸੇ ਜਿਹੜੇ ਲੋਕ ਨੇ ਜਿਹੜੇ ਪੜ੍ਹਦੇ ਨੇ ਆਪਣੇ ਵੇਦ ਪੁਰਾਣ ਜਾਂ ਗ੍ਰੰਥ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਨੌਲੇਜ ਆ ਉਹਨੂੰ ਜਦੋਂ ਪੜ੍ਹਦੇ ਨੇ ਤਾਂ ਉਹਨਾਂ ਦਾ ਟਾਰਗੇਟ ਹੁੰਦਾ ਆ ਕਿ ਮੈਂ ਅਗਲੇ ਨੂੰ ਨੀਵਾਂ ਦਿਖਾਉਣਾ, ਕਿ ਮੈਂ ਇੰਨੀ ਕੁ ਨੌਲੇਜ ਹਾਸਿਲ ਕਰ ਲਾਂ ਕਿ ਮੈਂ ਅਗਲੇ ਦੇ ਉੱਤੇ ਇਹ ਦੱਸ ਸਕਾਂ ਕਿ ਤੈਨੂੰ ਮੇਰੇ ਤੋਂ ਨੌਲੇਜ ਘੱਟ ਆ। ਉਦੋਂ ਉਹ ਜਿਹੜਾ ਟਾਰਗੇਟ ਆ ਨਾ, ਹੁਣ ਉਹ ਤੁਹਾਡੇ ਉਹ ਤੁਹਾਡੇ ਵਿਚਾਰਾਂ ਨੂੰ ਵੀ ਸੀਮਿਤ ਕਰ ਦਿੰਦਾ, ਜਿਹਦੇ ਕਰਕੇ ਤੁਹਾਡਾ ਆਚਾਰ ਡਿਵੈਲਪ ਨਹੀਂ ਹੁੰਦਾ। ਤੁਹਾਡੇ ਤੋਂ ਮੇਰਾ ਮਤਲਬ ਮੇਰਾ ਵੀ ਨਾਲ ਹੀ ਹੈ ਕਿ ਜਿਹਦੇ ਵਿੱਚ ਆਪਣਾ ਜਿਹੜਾ ਇੱਕ ਵਿਚਾਰ, ਉਹ ਸਾਡੇ ਵਿਚਾਰਾਂ ਦੀ ਅਸੀਂ ਇੱਕ ਬਾਊਂਡਰੀ ਬਣਾ ਲੈਂਦੇ ਹਾਂ ਕਿ ਮੈਂ ਅਗਰ ਪੜ੍ਹ ਰਿਹਾ, ਅਗਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਅਧਿਐਨ ਕਰ ਰਿਹਾ ਤਾਂ ਉਹ ਮੈਂ ਕਿਉਂ ਕਰ ਰਿਹਾ? ਕਿਉਂਕਿ ਮੈਨੂੰ ਇਹ ਲੱਗਦਾ ਕਿ ਮੈਂ ਇਹਦੇ ਵਿੱਚੋਂ ਉਹ ਸਾਰਾ ਕੁਛ ਮੈਂ ਪੜ੍ਹ ਲਵਾਂ, ਔਰ ਉਸ ਤੋਂ ਬਾਅਦ ਮੈਂ ਜਿਹੜੇ ਵੀ ਲੋਕਾਂ ਨੂੰ ਇਹ ਦੱਸ ਸਕਾਂ ਕਿ ਤੈਨੂੰ ਨਹੀਂ ਪਤਾ, ਮੈਨੂੰ ਪਤਾ ਹੈ। ਔਰ ਇਹ ਜਿਹੜੀ ਇਸ ਚੀਜ਼ ਦੇ ਨਾਲ ਅਟੈਚ ਹੋ ਜਾਂਦੀ ਹੈ ਹਉਮੈ, ਇਹਦੇ ਨਾਲ ਅਟੈਚ ਹੋ ਜਾਂਦੀ ਹੈ ਈਗੋ। ਇਹ ਬਿਲਕੁਲ ਉਹੀ ਈਗੋ ਹੈ ਜਿਹਦੇ ਬਾਰੇ ਗੁਰੂ ਪਾਤਸ਼ਾਹ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਨੇ ਕਿ ਤੁਸੀਂ ਚਾਹੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਤੁਸੀਂ ਚਾਹੇ ਜਿੰਨੇ ਮਰਜ਼ੀ ਗਿਆਨ ਲੈ ਲਓ, ਤੁਸੀਂ ਬੁੱਧੀ ਦੇ ਨਾਲ ਕਰ ਲਓ, ਔਰ ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰ ਲਓ, ਤੁਹਾਨੂੰ ਪਰਮਾਤਮਾ ਇਸ ਤਰ੍ਹਾਂ ਨਹੀਂ ਮਿਲਦਾ। ਉਹੀ ਈਗੋ ਅਸੀਂ ਇੱਥੇ ਦੁਬਾਰਾ ਉਹ ਵਿਚਾਰਾਂ ਦੇ ਨਾਲ ਵੀ ਲੈ ਕੇ ਆ ਜਾਂਦੇ ਹਾਂ, ਆਪਾਂ ਉਹਨਾਂ ਵਿਚਾਰਾਂ ਦੇ ਵਿੱਚ ਵੀ ਲੈ ਲੈਂਦੇ ਹਾਂ। ਸਾਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਮੈਂ ਜੋ ਬੋਲਿਆ ਦੈਟ ਇਜ਼ ਦੀ ਬੈਸਟ ਥਿੰਗ, ਇਸ ਤੋਂ ਵੱਧ ਤਾਂ ਵਧੀਆ ਕੁਝ ਹੋ ਹੀ ਨਹੀਂ ਸਕਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲੋਂ ਸਾਨੂੰ ਈਗੋ ਨੂੰ ਡਿਟੈਚ ਕਰਨਾ ਹੋਊਗਾ। ਸੋ ਇਹ ਜਦੋਂ ਹੁਣ ਪਹਿਲਾਂ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਪੰਡਿਤ ਅਗਰ ਪੋਥੀਆਂ ਵਾਚਦੇ ਨੇ ਪਰ ਉਹ ਵਿਚਾਰ ਨਹੀਂ ਕਰਦੇ ਤਾਂ ਕੋਈ ਕੰਮ ਮਤਲਬ ਦੇ ਨਹੀਂ। ਉਸ ਤੋਂ ਬਾਅਦ ਉਹਨਾਂ ਇਹ ਵੀ ਦੱਸਤਾ ਕਿ ਜਿਹੜੇ ਵਿਚਾਰ ਕਰਦੇ ਨੇ ਪਰ ਫਿਰ ਵੀ ਉਹ ਵਾਦ ਵਿਵਾਦ 'ਚ ਪੈ ਜਾਂਦੇ ਨੇ ਤਾਂ ਉਹਨਾਂ ਦਾ ਵੀ ਆਉਣਾ ਜਾਣਾ ਹੀ ਲੱਗਿਆ ਰਹੂਗਾ। ਹੁਣ ਇੱਥੇ ਸਾਨੂੰ ਇਹ ਦੇਖਣਾ ਆ ਜਾਂ ਗੁਰੂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜਾ ਕੇ ਉਹਨਾਂ ਕੋਲੋਂ ਆਪਾਂ ਕਹੀਏ, ਉਹਨਾਂ ਨੂੰ ਪੁੱਛੀਏ ਕਿ ਮਹਾਰਾਜ ਫਿਰ ਕੀ ਕੀਤਾ ਜਾਵੇ, ਫਿਰ ਅਸੀਂ ਕਿਸ ਤਰੀਕੇ ਨਾਲ ਇਸ ਜਿਹੜੇ ਜਾਲ 'ਚੋਂ ਛੁੱਟੀਏ। ਤਾਂ ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਿਉਂਕਿ ਜਦੋਂ ਵੀ ਅਸੀਂ ਜਿਹੜਾ ਮਨ ਹੈ ਨਾ, ਜਦੋਂ ਉਹਨੂੰ ਤੁਸੀਂ ਅਨਲੀਸ਼ ਕਰ ਦੋਗੇ, ਅਨਲੀਸ਼ ਦਾ ਮਤਲਬ ਕਿ ਉਹਦੇ ਉੱਤੇ ਕੋਈ ਲਗਾਮ ਨਹੀਂ, ਤਾਂ ਫਿਰ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਪਾਸੇ ਦੌੜੂਗਾ। ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ, ਕਿ ਸ਼ਬਦ ਜਿਹਨੂੰ ਮਿਲਾਊਗਾ ਨਾ ਉਹਦਾ ਵਿਛੋੜਾ ਨਹੀਂ ਪਾਉਂਦਾ, ਫਿਰ ਉਸਦਾ ਵਿਛੋੜਾ ਨਹੀਂ ਹੋਊਗਾ, ਕਿਉਂਕਿ ਫਿਰ ਉਹਨੂੰ ਹਾਰਨੈਸ ਕਰਨ ਵਾਸਤੇ, ਉਹਨੂੰ ਇੱਕ ਜਗ੍ਹਾ ਦੇ ਉੱਤੇ ਬੰਨ੍ਹ ਕੇ ਰੱਖਣ ਵਾਸਤੇ ਕੋਈ ਹੈ, ਔਰ ਉਹ ਸ਼ਬਦ ਆ। ਹੁਣ ਇੱਥੋਂ ਆਪਾਂ ਦੇਖੀਏ ਕਿ ਉਹ ਕਿਵੇਂ ਜਾਂ ਕਿਹਨੂੰ ਮਿਲਾਉਂਦਾ ਹੈ, ਸ਼ਬਦ ਕਿਹਨੂੰ ਮਿਲਾਊਗਾ ਸਾਨੂੰ, ਜਾਂ ਕਿੱਦਾਂ ਹੋਊਗਾ ਇਹ ਸਾਰਾ। ਤਾਂ ਇਸ ਵਾਸਤੇ ਏਕ ਵਸਤ ਬੁਝੇ ਤਾਂ ਹੋਵੇ ਪਾਕ, ਬਿਨ ਬੂਝੇ ਸਦਾ ਨ ਪਾਕ। ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਸਦਾ ਨਾ ਪਾਕ। ਇਹ ਸਾਨੂੰ ਇੱਕ ਬੜੀ ਸਾਡੀ ਜਿਹੜੀ ਇੰਪੋਰਟੈਂਟ ਗੱਲ ਆ ਉਹ ਇੱਥੋਂ ਕਰਕਸ ਸਾਡਾ ਸਮਝ ਇਹ ਆ ਜਾਂਦਾ ਹੈ। ਹੁਣ ਇੱਕ ਬੁਝੇ, ਇੱਕ ਜਿਹੜਾ ਆਪਾਂ ਇੱਕ ਓਂਕਾਰ ਦੀ ਗੱਲ ਕੀਤੀ ਸੀਗੀ, ਉਸ ਇੱਕ ਨੂੰ ਔਰ ਉਹਨੂੰ ਬੁਝਾਉਣ ਵਾਲਾ ਕੌਣ ਹੈ? ਪਰਮਾਤਮਾ ਦਾ ਜਿਹੜਾ ਸਾਡੇ ਕੋਲ ਜੋ ਸ਼ਬਦ ਹੈ, ਸ਼ਬਦ ਸਾਨੂੰ ਉਸ ਇੱਕ ਦਾ ਗਿਆਨ ਦਿੰਦਾ। ਸ਼ਬਦ ਤੁਹਾਨੂੰ ਉਸ ਇੱਕ ਨੂੰ ਬੁੱਝਣ ਦੀ ਗੱਲ ਕਰਦਾ ਹੈ।
ਜਿਸ ਵਿਚਾਰ ਨੂੰ ਬੂਝਣ ਬਾਰੇ ਗੁਰੂ ਮਹਾਰਾਜ ਸਾਨੂੰ ਦੱਸ ਰਹੇ ਆ, ਔਰ ਜਿਸ ਵਿਚਾਰ ਦਾ ਸਾਨੂੰ ਅਗਰ ਉਹ ਕੋਈ ਪੜ੍ਹ ਵੀ ਲੈਂਦਾ ਤਾਂ ਫਿਰ ਵੀ ਉਹ ਹਉਮੈ 'ਚ ਫਸ ਜਾਂਦਾ। ਉਹਨੂੰ ਕੱਢਿਆ ਕਿੱਦਾਂ ਜਾ ਸਕਦਾ ਹੈ ਕਿ ਜੇ ਤੁਸੀਂ ਗਿਆਨ ਦੇ ਨਾਲ, ਔਰ ਗਿਆਨ ਕੀ ਆ, ਉਸ ਇੱਕ ਨੂੰ ਬੁੱਝਣਾ, ਉਸ ਇੱਕ ਨੂੰ ਸਮਝਣਾ। ਜਿਸ ਦਿਨ ਸਾਡੇ ਪੱਲੇ ਇਹ ਗੱਲ ਪੈ ਗਈ, ਜਿਹੜੀਆਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਸੀਗੀਆਂ, ਕਾਫੀ ਇਨ ਡੈਪਥ ਆਪਾਂ ਇਹ ਗੱਲਾਂ ਕੀਤੀਆਂ ਸੀਗੀਆਂ, ਕਿ ਜਦੋਂ ਜਿਹੜਾ ਏਕਾ ਹੈ, ਜਦੋਂ ਆਪਾਂ ਇਹ ਸਮਝ ਲਿਆ ਕਿ ਉਸ ਏਕੇ ਦੇ ਵਿੱਚੋਂ ਹੀ ਇਹ ਪੂਰੀ ਸ੍ਰਿਸ਼ਟੀ ਨਿਕਲੀ ਹੈ, ਔਰ ਫਿਰ ਮੈਂ ਅਗਰ ਆਪਣੇ ਆਪ ਨੂੰ ਵੀ ਸਮਝ ਲਿਆ ਕਿ ਮੇਰੀ ਜਿਹੜੀ ਇਸ ਪੂਰੀ ਸ੍ਰਿਸ਼ਟੀ ਵਿੱਚ ਹੋਂਦ ਜਿਹੜੀ ਉਹ ਇੱਕ ਤਿਨਕਾ ਮਾਤਰ ਵੀ ਨਹੀਂ ਹੈ, ਤਾਂ ਫਿਰ ਸਾਡੇ ਕੋਲ ਈਗੋ ਨਹੀਂ ਆਉਂਦੀ। ਔਰ ਫਿਰ ਸਾਡੀ ਜਿਹੜੀ ਪਿਆਸ ਹੈ, ਔਰ ਦੂਜੀ ਗੱਲ ਜਿਹੜੀ ਵੱਡੀ ਪਿਆਸ ਜਿਹੜੀ ਸਾਨੂੰ ਉਸ ਏਕੇ ਨੂੰ ਸਮਝਣ ਦੀ, ਉਸ ਏਕੇ ਨਾਲ ਇੱਕਮਿਕ ਹੋ ਜਾਣ ਦੀ, ਉਹ ਪਿਆਸ ਨਿਕਲ ਕੇ ਆ ਜਾਂਦੀ ਆ। ਔਰ ਉਸੇ ਪਿਆਸ ਨੇ ਸਾਡੀ ਆਚਾਰ, ਸਾਡੇ ਵਿਚਾਰਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਕਾਬੂ ਰੱਖਣਾ ਆ। ਸਾਨੂੰ ਉਹਨੇ ਇੱਕ ਕਿਉਂਕਿ ਫਿਰ ਸਾਡੇ ਵਿੱਚ ਦਇਆ, ਧਰਮ, ਹਰ ਇੱਕ ਚੀਜ਼ ਨਾਲ ਹੀ ਆ ਜਾਊਗੀ। ਜੋ 5 ਪਿਆਰਿਆਂ ਦੇ ਨਾਮ ਹੈ ਉਹ ਸਾਰੇ ਸਾਡੇ ਵਿੱਚ ਆ ਜਾਣਗੇ। ਉਹ ਹੌਲੀ ਹੌਲੀ ਉਹ ਵੀ ਆਪਾਂ ਡਿਸਕਸ ਕਰਾਂਗੇ। ਖੈਰ, ਜਦੋਂ ਅਸੀਂ ਸ਼ਬਦ ਦੇ ਲੜ ਨਹੀਂ ਲੱਗਦੇ ਨਾ, ਫਿਰ ਅਸੀਂ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਾਂ। ਗਿਆਨ ਕਿਹਦਾ? ਉਸ ਇੱਕ ਦਾ, ਜਿਹਨੂੰ ਬੁੱਝਣ ਦੇ ਉੱਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਉਹਨੂੰ ਬੁੱਝ ਜਾਂਦਾ ਉਹ ਹਮੇਸ਼ਾ ਪਾਕ ਹੈ, ਔਰ ਜਿਹੜਾ ਨਹੀਂ ਬੁੱਝਦਾ ਉਹ ਨਾਪਾਕ ਹੈ। ਹੁਣ ਉਹ ਨਾਪਾਕ ਕਿੱਦਾਂ? ਨਾਪਾਕ ਉਹ ਇਸ ਲਈ ਨਹੀਂ ਕਿ ਉਹਨੂੰ ਜਿੱਦਾਂ ਮਤਲਬ ਕਿਸੇ ਪਰਟੀਕੂਲਰ ਧਰਮ ਦਾ ਨਹੀਂ। ਨਾਪਾਕ ਉਹ ਇਸ ਕਰਕੇ ਆ ਕਿਉਂਕਿ ਉਹਦੇ ਵਿਚਾਰ ਸ਼ੁੱਧ ਨਹੀਂ ਹੋਏ, ਔਰ ਜਿਹਦੇ ਵਿਚਾਰ ਸ਼ੁੱਧ ਨਹੀਂ ਹੋਏ ਉਹਦਾ ਆਚਾਰ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਵਿਚਾਰਾਂ ਤੋਂ ਹੀ ਬੰਦਾ ਬਣਦਾ ਆ। ਤੁਹਾਡੇ ਵਿਚਾਰ ਕੀ ਨੇ? ਉਹੀ ਤੁਹਾਡੇ ਆਚਾਰ, ਔਰ ਆਚਾਰ ਤੁਹਾਨੂੰ ਇਨਸਾਨ ਜੋ ਤੁਸੀਂ ਹੋ, ਜੋ ਤੁਹਾਡੀ ਆਈਡੈਂਟਿਟੀ ਹੈ, ਉਹ ਬਣਾਉਂਦਾ ਹੈ। ਹਰ ਇੱਕ ਤਰ੍ਹਾਂ ਦਾ, ਹਰ ਇੱਕ ਹਿੰਦੂ, ਹਰ ਇੱਕ ਮੁਸਲਮਾਨ, ਹਰ ਇੱਕ ਸਿੱਖ, ਹਰ ਇੱਕ ਈਸਾਈ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਉਹਨਾਂ ਦੇ ਵਿਚਲੇ ਜਿਹੜੇ ਵਿਚਾਰ ਨੇ ਉਹ ਜਦੋਂ ਉਹਨਾਂ ਦੇ ਕਰੈਕਟਰ ਦੇ ਵਿੱਚ ਨਜ਼ਰ ਆਉਂਦੇ ਆ, ਫਿਰ ਉਹਦੀ ਆਪਣੀ ਆਈਡੈਂਟਿਟੀ ਬਣਦੀ ਆ, ਹੈ ਨਾ। ਉਹ ਆਈਡੈਂਟਿਟੀ ਉਹ ਸ਼ੁੱਧ ਉਦੋਂ ਹੀ ਹੋਊਗੀ ਜਦੋਂ ਤੁਸੀਂ ਏਕੇ ਦੇ ਲੜ ਲੱਗੋਗੇ, ਉਸ ਪਰਮ ਪਿਤਾ ਪਰਮਾਤਮਾ ਦੇ ਲੜ ਲੱਗੋਗੇ, ਔਰ ਉਹ ਤੁਹਾਨੂੰ ਉੱਥੋਂ ਤੱਕ ਲੈ ਕੇ ਕੌਣ ਜਾਊਗਾ? ਸ਼ਬਦ ਗੁਰੂ। ਇੱਥੋਂ ਤੱਕ ਜਿਹੜੀ ਇਹ ਗੱਲ ਆ, ਕਿਉਂਕਿ ਗਿਆਨ ਜਿਹੜਾ ਹੈ, ਗਿਆਨ ਦੇ ਕਰਕੇ ਹੀ ਗੁਰੂ ਹੈ, ਸ਼ਬਦ ਗੁਰੂ, ਕਿਉਂਕਿ ਉਹ ਗਿਆਨ ਹੈ। ਗਿਆਨ ਕਾਹਦਾ? ਉਸ ਏਕੇ ਦਾ ਗਿਆਨ, ਔਰ ਸ਼ਬਦ ਗੁਰੂ ਨੇ ਤੁਹਾਡਾ ਹੱਥ ਫੜ ਕੇ ਉਸ ਏਕੇ ਤੱਕ ਲੈ ਕੇ ਜਾਣਾ। ਗੁਰੂ ਨਾਨਕ ਪਾਤਸ਼ਾਹ, ਔਰ ਗਿਆਨ ਤੋਂ ਮੇਰਾ ਮਤਲਬ ਇਹ ਨਹੀਂ ਆ ਕਿ ਕੋਈ ਫੈਕਚੁਅਲ ਇਨਫੋਰਮੇਸ਼ਨ, ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਨਾ ਗਿਆਨ, ਤਾਂ ਸਾਨੂੰ ਅਕਸਰ ਲੱਗਦਾ ਕਿ ਜਿਹਨੇ PhD ਕੀਤੀ ਆ ਉਹ ਬਹੁਤ ਗਿਆਨ ਹੋਊਗਾ। ਨਹੀਂ, ਇੱਦਾਂ ਨਹੀਂ ਹੁੰਦਾ। ਗਿਆਨ ਤੁਹਾਡੇ ਕੋਲ ਫੈਕਚੁਅਲ ਇਨਫੋਰਮੇਸ਼ਨ ਦਾ ਹੋਣਾ ਜਾਂ ਨਾ ਹੋਣਾ ਗਿਆਨ ਨਹੀਂ ਹੁੰਦਾ। ਤੁਹਾਡੀ ਇਨਫੋਰਮੇਸ਼ਨ, ਤੁਸੀਂ ਇਹ ਹੋ ਸਕਦਾ ਹੈ ਕਿ ਤੁਹਾਨੂੰ ਪੂਰੀ ਦੁਨੀਆ ਦੀ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਤੁਹਾਨੂੰ ਸਾਰਿਆਂ ਦਾ ਨੌਲੇਜ ਹੋਵੇ, ਪਰ ਤੁਹਾਡੇ ਅੰਦਰ ਉਸ ਏਕੇ ਦਾ ਗਿਆਨ ਨਾ ਹੋਵੇ, ਉਸ ਏਕੇ ਦੀ ਪ੍ਰਕਾਸ਼ ਨਾ ਹੋਵੇ, ਤੁਹਾਡੇ ਹਿਰਦੇ ਦੇ ਵਿੱਚ ਉਹ ਏਕੇ ਦਾ ਪ੍ਰਕਾਸ਼ ਹਜੇ ਨਾ ਉਜਾਗਰ ਹੋਇਆ ਹੋਵੇ, ਤਾਂ ਉਦੋਂ ਤੁਹਾਡਾ ਉਹ ਗਿਆਨ ਨਹੀਂ ਆ, ਤੁਹਾਡੇ ਕੋਲ ਸਿਰਫ ਇਨਫੋਰਮੇਸ਼ਨ ਆ। ਹੁਣ ਗੁਰੂ ਨਾਨਕ ਜਿਹੜੇ ਨੇ ਉਹ ਗੁਰੂ ਨੇ ਗਿਆਨ ਦੇ ਕਰਕੇ। ਜਦੋਂ ਉਹੀ ਗਿਆਨ ਜਦੋਂ ਆਪਾਂ ਇਹ ਗੱਲਾਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਭਾਈ ਜੇਠਾ ਜੀ ਪਹਿਲਾਂ ਕੁਛ ਵੀ ਨਹੀਂ, ਹੈ ਨਾ, ਪਰ ਜਦੋਂ ਉਸ ਏਕੇ ਦੇ ਉਸ ਗਿਆਨ ਦੀ ਜੋਤ ਉਹਨਾਂ ਦੇ ਵਿੱਚ ਪ੍ਰਵੇਸ਼ ਕਰਦੀ ਆ ਤਾਂ ਉਹ ਗੁਰੂ ਹੋ ਜਾਂਦੇ ਆ। ਇਸੇ ਤਰੀਕੇ ਨਾਲ ਜਿਹੜੀ ਜੋਤ ਹੈ ਉਹ ਅੱਗੇ ਚੱਲਦੇ ਜਦੋਂ 10ਵੇਂ ਪਾਤਸ਼ਾਹ ਤੱਕ ਪਹੁੰਚਦੀ, ਔਰ ਉਸ ਤੋਂ ਬਾਅਦ ਉਹ ਜਿਹੜੀ ਉਹ ਗਿਆਨ ਤੁਹਾਨੂੰ ਦੇ ਕੇ, ਜਦੋਂ ਉਹਨਾਂ 5 ਪਿਆਰਿਆਂ ਦੇ ਵਿੱਚ ਉਹ ਗਿਆਨ ਗਿਆਨ ਜਿਹੜਾ ਹੈਗਾ ਉੱਥੇ ਉਹ ਬਿਰਾਜਮਾਨ ਹੋ ਜਾਂਦਾ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਵਿੱਚ ਵੀ ਗੁਰਿਆਈ ਜਾਂਦੀ ਆ, ਔਰ ਉਹੀ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜਾ ਹੈ ਉਹ ਬਿਰਾਜਮਾਨ ਹੈ, ਜਿਹਦੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਨੇ। ਸੋ ਗ੍ਰੰਥ ਤੇ ਪੰਥ ਦੋਨਾਂ ਨੂੰ ਗੁਰਗੱਦੀ ਮਿਲੀ ਹੈ ਨਾ, ਉਹ ਇਸੇ ਕਰਕੇ ਕਿਉਂਕਿ ਗੁਰੂ ਉਹ ਤਾਂ ਹੋਏ ਕਿਉਂਕਿ ਗਿਆਨ ਦੇ ਕਰਕੇ। ਹੁਣ ਇੱਥੇ ਜਿਹੜਾ ਹੈ ਆਪਾਂ ਆਪਣੀ ਕਰਕਸ ਨਿਕਲਦਾ ਆ ਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਗਿਆਨ ਦੇ ਕਰਕੇ ਹੀ ਗੁਰੂ ਹੈ, ਗੁਰੂ ਨਾਨਕ ਦਾ ਗਿਆਨ ਜਦੋਂ ਭਾਈ ਜੇਠੇ ਦੇ ਵਿੱਚ ਜਾਂਦਾ ਤਾਂ ਭਾਈ ਜੇਠਾ ਸਾਧਾਰਨ ਇਨਸਾਨ ਤੋਂ, ਬੇਸ਼ੱਕ ਉਹ ਪਹਿਲਾਂ ਚੋਜ਼ਨ ਵਨ ਹੋਣ ਜਾਂ ਕਿਸੇ ਤਰੀਕੇ ਵੀ ਆਪਾਂ ਇਹਨੂੰ ਸਮਝ ਲਈਏ, ਪਰ ਗੁਰੂ ਤਾਂ ਉਹ ਉਦੋਂ ਹੀ ਬਣਦੇ ਆ ਨਾ ਜਦੋਂ ਗੁਰੂ ਨਾਨਕ ਉਹਨਾਂ ਦੀ ਜਿਹੜੀ ਜੋਤ ਹੈ, ਗੁਰੂ ਨਾਨਕ ਦੀ ਜੋਤ ਅੱਗੇ ਜਾਂਦੀ ਆ। ਤਾਂ ਭਾਈ ਜੇਠੇ ਦੇ ਵਿੱਚ ਜਦੋਂ ਉਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤਾਂ ਉਹ ਗੁਰੂ ਬਣ ਜਾਂਦੇ ਆ। ਹੁਣ ਇਸ ਚੀਜ਼ ਨੂੰ ਆਪਾਂ ਅਗਰ ਫਿਰ ਜਿੱਦਾਂ ਲੜੀਵਾਰ ਸਮਝਿਆ ਤਾਂ 10ਵੇਂ ਗੁਰੂ ਜਦੋਂ ਪੰਥ ਦੇ ਵਿੱਚ ਉਹ ਪੰਥ ਨੂੰ ਵੀ ਗੁਰਿਆਈ ਦਿੰਦੇ ਆ, ਤਾਂ ਬੇਸਿਕਲੀ ਕੀ ਆ ਕਿ ਉਸ ਪੰਥ ਦੇ ਵਿੱਚ ਵੀ ਜਿਹੜਾ ਹੈ ਉਹ ਗਿਆਨ ਹੋ ਗਿਆ। ਹੁਣ ਗਿਆਨ ਦਾ ਪ੍ਰਕਾਸ਼ ਹੋ ਜਾਣ ਦੇ ਨਾਲ ਉਹੀ ਪੰਥ ਜਿਹੜੇ 5 ਪਿਆਰਿਆਂ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਮ੍ਰਿਤ ਦਾਨ ਬਖਸ਼ਦੇ ਆ ਤਾਂ ਉਹ ਗੁਰੂ ਦੀ ਪਦਵੀ ਤੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨੂੰ ਅੰਮ੍ਰਿਤ ਪਾਨ ਕਰਾਉਂਦੇ ਆ, ਔਰ ਉਸ ਤੋਂ ਬਾਅਦ
ਉਹਨਾਂ ਕੋਲੋਂ ਵੀ ਅੰਮ੍ਰਿਤ ਛਕਦੇ ਆ ਆਪ। ਤਾਂ ਹੁਣ ਗੁਰੂ ਕੌਣ ਹੋ ਗਿਆ? ਉਹ ਪੰਜਾਂ ਦੇ ਵਿੱਚ ਗੁਰੂ ਦੀ ਜੋਤ ਹੋ ਗਈ। ਤਾਂ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਵਾਲੀ ਗੱਲ ਆ ਜਾਂਦੀ ਆ। ਇੱਥੋਂ ਹੀ ਜਿਹੜਾ ਹੈ ਭਾਈ ਗੁਰਦਾਸ ਸਾਨੂੰ ਸਮਝਾਉਂਦੇ ਆ, ਕਿਉਂਕਿ ਜਦੋਂ ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਊਗਾ, ਜਦੋਂ ਸ਼ਬਦ ਗੁਰੂ ਦੇ ਲੜ ਲੱਗ ਕੇ ਤੁਸੀਂ ਆਪਣੇ ਕਰੈਕਟਰ ਨੂੰ ਡਿਵੈਲਪ ਕਰਨ, ਸ਼ਬਦ ਗੁਰੂ ਦੇ ਲੜ ਤੁਸੀਂ ਤਦ ਤੱਕ ਨਹੀਂ ਲੱਗ ਸਕਦੇ ਜਦੋਂ ਤੱਕ ਆਪਾਂ ਆਪਣਾ ਕਰੈਕਟਰ ਡਿਵੈਲਪ ਨਹੀਂ ਕਰਦੇ। ਕਰੈਕਟਰ ਡਿਵੈਲਪ ਹੋ ਗਿਆ, ਉਹ ਕਿਰਦਾਰ ਡਿਵੈਲਪ ਹੋ ਗਿਆ, ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਲੜ ਲੱਗ ਗਏ, ਸ਼ਬਦ ਗੁਰੂ ਦੇ ਲੜ ਲੱਗ ਗਏ। ਸ਼ਬਦ ਗੁਰੂ ਨੇ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਬਕਾਇਦਾ ਉਸ ਏਕੇ ਦੇ ਲੜ ਲਾ ਦੇਣਾ, ਉਸ ਏਕੇ ਦੇ ਵਿੱਚ ਤੁਹਾਨੂੰ ਇੱਕਮਿਕ ਕਰ ਦੇਣਾ। ਉੱਥੇ ਆਉਂਦੀ ਆ ਆਤਮਾ ਤੇ ਪਰਮਾਤਮਾ ਦੀ ਨਿਰੰਤਰਤਾ, ਜਿੱਥੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਹੋ ਜਾਂਦਾ, ਔਰ ਉੱਥੇ ਜਾ ਕੇ ਜਿਹੜਾ ਗੁਰੂ ਹੈ ਉਹੀ ਚੇਲਾ, ਤੇ ਚੇਲਾ ਹੀ ਗੁਰੂ ਬਣ ਜਾਂਦਾ। ਹੁਣ ਇਹਨੂੰ ਭਾਈ ਗੁਰਦਾਸ ਜਿਹੜੇ ਨੇ ਉਹ ਬੜਾ ਹੀ ਖੂਬਸੂਰਤ ਲਾਈਨਾਂ ਦੇ ਵਿੱਚ ਦੱਸਦੇ ਨੇ। ਰਾਗ ਨਾਦ ਵਿਸਮਾਦ ਹੋਏ ਗੁਣ ਗਹਿਰ ਗੰਭੀਰਾ, ਸ਼ਬਦ ਸੁਰਤ ਲਵਲੀਨ ਹੋਏ ਅਨਹਦ ਤੁੰਤੀਰਾ, ਜੰਤਰੀ ਜੰਤਰ ਵਜਾਈਦਾ ਮਨ ਉਨਮਨ ਚੀਰਾ, ਵਜ ਵਜਾਏ ਸਮਾਏ ਲੈ ਗੁਰ ਸ਼ਬਦ ਵਜੀਰਾ, ਅੰਤਰ ਜਾਮੀ ਜਾਣੀਏ ਅੰਤਰਗਤ ਪੀਰਾ, ਗੁਰ ਚੇਲਾ ਚੇਲਾ ਗੁਰੂ ਬੇਦ ਹੀਰੇ ਹੀਰਾ, ਤੁਮ ਸਭ ਘਟ ਪੀਤਰ ਸਭ ਤੇ ਨਿਆਰੇ। ਹੁਣ ਇੱਥੇ ਉਸ ਲੈਵਲ ਤੇ ਜਾ ਕੇ ਜਦੋਂ ਤੁਸੀਂ ਇਸ ਸਾਰੇ ਜੇ ਮੈਂ ਇਹਦੀ ਵਿਆਖਿਆ ਕਰਨ ਲੱਗ ਗਈ ਫਿਰ ਆਪਣਾ ਟਾਈਮ ਜਿਹੜਾ ਹੈ ਉਹ ਖਤਮ ਹੋ ਜਾਣਾ। ਇਸ ਕਰਕੇ ਆਪਾਂ ਇੰਨੇ ਕੁ ਦੇਖ ਲਈਏ ਕਿ ਭਾਈ ਗੁਰਦਾਸ ਦੱਸਦੇ ਨੇ ਕਿ ਉਸ ਲੈਵਲ ਤੇ ਜਾ ਕੇ ਜਦੋਂ ਆਪਾਂ ਆਪ ਜਿਹੜਾ ਉਹ ਗੁਰੂ ਚੇਲਾ ਤੇ ਚੇਲਾ ਗੁਰੂ ਹੋ ਜਾਂਦਾ, ਔਰ ਇਹਨਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਹੀਰੇ ਦੇ ਹੀਰੇ ਤੋਂ ਕੋਈ ਭੇਦ ਨਹੀਂ ਰਹਿ ਜਾਂਦਾ, ਦੋਵੇਂ ਇੱਕ ਹੋ ਜਾਂਦੇ ਆ। ਪਰ ਉਸ ਏਕੇ ਤੱਕ ਪਹੁੰਚਣ ਲਈ ਸਾਨੂੰ ਸ਼ੁਰੂ ਤੋਂ ਜਿਹੜੀ ਉਹ ਟੂ ਡੂ ਲਿਸਟ ਬਣਾਈ ਸੀ, ਉਸ ਤੋਂ ਬਾਅਦ ਸਾਨੂੰ ਗੁਰਬਾਣੀ ਨੂੰ ਕਿੱਦਾਂ ਪੜ੍ਹਨਾ ਹੈ, ਕਿੱਦਾਂ ਸਮਝਣਾ, ਉਹ ਸਾਰੀ ਲੈਵਲ ਤੱਕ ਸਾਨੂੰ ਸਮਝਣਾ ਪਊਗਾ। ਉੱਥੋਂ ਤੱਕ ਆ ਕੇ ਔਰ ਉਸ ਤੋਂ ਬਾਅਦ ਜਿਹੜੇ ਰਵਿਦਾਸ ਸਾਹਿਬ ਜਿਹੜੇ ਸਾਨੂੰ ਦੱਸਦੇ ਨੇ ਤੂੰ ਹੀ ਮੋਹੀ ਮੋਹੀ ਤੋਂ ਹੀ ਭੇਦ ਕੈਸਾ, ਉਹ ਉਦੋਂ ਆਊਗਾ ਜਦੋਂ ਅਸੀਂ ਉਸ ਸ਼ਬਦ ਗੁਰੂ ਦੇ ਲੜ ਲੱਗ ਕੇ ਉੱਥੋਂ ਤੱਕ ਪਹੁੰਚ ਗਏ ਜਿੱਥੇ ਜਾ ਕੇ ਸਾਡੀ ਜਿਹੜੀ ਸੁਰਤ ਹੈ ਉਹ ਚੇਲਾ ਹੋ ਗਈ ਔਰ ਸ਼ਬਦ ਗੁਰੂ ਹੋ ਗਿਆ। ਜਦੋਂ ਤੱਕ ਅਸੀਂ ਸਰੀਰਾਂ ਦੇ ਵਿੱਚ ਰਹਾਂਗੇ, ਜਦੋਂ ਤੱਕ ਮੇਰਾ ਸਰੀਰ ਦੀ ਮੈਨੂੰ ਆਪਣੀ ਸਰੀਰ ਦੀ ਐਗਜ਼ਿਸਟੈਂਸ ਸਮਝ ਆਉਂਦੀ ਰਹੂਗੀ, ਉਦੋਂ ਤੱਕ ਮੈਨੂੰ ਇੱਕ ਦੇਹਧਾਰੀ ਗੁਰੂ ਚਾਹੀਦਾ ਰਹੂਗਾ। ਔਰ ਇਸ ਕਰਕੇ ਸਾਨੂੰ ਗੁਰੂ ਪਾਤਸ਼ਾਹ ਦੇ ਲੜ ਲੱਗ ਕੇ ਹੀ ਜਿਹੜਾ ਸਾਡਾ ਕਰੈਕਟਰ ਡਿਵੈਲਪ ਕੀਤਾ ਗਿਆ, ਉਸ ਕਰੈਕਟਰ ਤੱਕ ਉਹਨੂੰ ਆਪਾਂ ਧਿਆਨ ਰੱਖੀਏ ਤਾਂ ਕਿ ਆਪਾਂ ਆਪਣੀ ਜਿਹੜੀ ਸੁਰਤ ਹੈ ਉਹਨੂੰ ਚੇਲਾ ਬਣਾ ਕੇ ਸ਼ਬਦ ਗੁਰੂ ਦੇ ਲੜ ਲੱਗ ਸਕੀਏ। ਇੰਨੀ ਕੁ ਗੱਲ ਕਰਦੇ ਹੋਏ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ। ਅਗਲੀ ਵਾਰੀ ਆਪਾਂ ਜਿਹੜੀ ਅਰਦਾਸ ਦੀ ਅਗਲਾ ਜਿਹੜਾ ਵਰਡ ਹੈ ਭਗੌਤੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਲੱਗਦਾ ਕਿ ਜਿੰਨੀ ਕੁ ਮੇਰੀ ਹੈਸੀਅਤ ਹੈ, ਜਿੰਨੀ ਕੁ ਮੇਰੀ ਮੱਤ ਹੈ, ਉਹਦੇ ਹਿਸਾਬ ਨਾਲ ਮੈਂ ਸਾਰਾ ਕੁਝ ਜੋ ਦੱਸ ਸਕਦੀ ਸੀਗੀ, ਆਪਾਂ ਸ਼ਬਦ ਗੁਰੂ ਦੇ ਬਾਰੇ ਜੋ ਵੀ ਡਿਸਕਸ਼ਨ ਹੋ ਸਕਦੀ ਸੀ ਉਹ ਮੈਂ ਕਰ ਲਈ ਆ। ਜੇ ਇਹਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਲੱਗਦਾ ਮੈਂ ਗਲਤ ਬੋਲ ਗਈ ਹੋਵਾਂ ਜਾਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਹੋਰ ਵੀ ਐਡ ਕਰਨਾ ਚਾਹੀਦਾ ਸੀ, ਤਾਂ ਮੈਨੂੰ ਤੁਸੀਂ ਜਿਹੜਾ ਸਾਡਾ ਈਮੇਲ ਹੈ ਉਹਦੇ ਉੱਤੇ ਜ਼ਰੂਰ ਲਿਖਿਓ। ਮੈਂ ਕੋਸ਼ਿਸ਼ ਕਰੂੰਗੀ ਆਪਾਂ ਉਹਨੂੰ ਅੱਗੇ ਕਿਸੇ ਡਿਸਕਸ਼ਨ ਦੇ ਵਿੱਚ ਜਦੋਂ ਕੁਐਸਚਨ ਆਨਸਰ ਸੀਰੀਜ਼ ਲਊਂਗੀ ਉਸ ਦਿਨ ਮੈਂ ਉਹਨੂੰ ਵਿੱਚ ਐਡ ਕਰ ਸਕਾਂ, ਜਾਂ ਜਿਸ ਤਰੀਕੇ ਨਾਲ ਵੀ ਤੁਸੀਂ ਮੇਰੀਆਂ ਗਲਤੀਆਂ ਜ਼ਰੂਰ ਮੈਨੂੰ ਦੱਸਦੇ ਰਿਹਾ ਕਰੋ। ਬਹੁਤ ਇੰਪੋਰਟੈਂਟ ਹੈ ਤੁਹਾਡੀਆਂ ਸਾਰਿਆਂ ਦੀਆਂ ਈਮੇਲਸ, ਕਿਉਂਕਿ ਮੈਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਮੈਂ ਕਿੱਥੇ ਸਹੀ ਬੋਲਿਆ, ਕਿੱਥੇ ਗਲਤ ਬੋਲਿਆ, ਕਿੱਥੇ ਕੁਝ ਰਹਿ ਗਿਆ। ਤੋ ਇਹ ਬੜਾ ਇੰਪੋਰਟੈਂਟ ਹੈ, ਇਸ ਕਰਕੇ ਤੁਹਾਡੀਆਂ ਈਮੇਲਸ ਦਾ ਮੈਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ। ਸੋ ਸ਼ਬਦ ਗੁਰੂ ਦੀ ਡਿਸਕਸ਼ਨ ਆਈ ਥਿੰਕ ਕਿ ਆਪਾਂ ਅੱਜ ਇੱਥੇ ਸਮਾਪਤ ਕਰਦੇ ਹਾਂ। ਅਗਲੀ ਵਾਰੀ ਜਿਹੜਾ ਅੱਗੇ ਚੱਲਾਂਗੇ, ਪਰ ਫਿਰ ਵੀ ਮੈਂ ਇੱਕ ਵਾਰੀ ਦੁਬਾਰਾ ਬੋਲਦਾ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਚੀਜ਼ ਮੈਂ ਮਿਸ ਕਰ ਦਿੱਤੀ ਜਾਂ ਮੈਂ ਸਹੀ ਤਰੀਕੇ ਨਾਲ ਇੰਟਰਪ੍ਰੈਟ ਨਹੀਂ ਕਰ ਸਕੀ ਜਾਂ ਤੁਸੀਂ ਬੈਟਰ ਕਰ ਸਕਦੇ ਆ, ਤੁਸੀਂ ਮੈਨੂੰ ਜ਼ਰੂਰ ਲਿਖੋ। ਆਪਾਂ ਡਿਸਕਸ਼ਨ ਕਰਕੇ, ਹੋ ਸਕਦਾ ਜੇ ਮੈਨੂੰ ਲੱਗਾ ਕਿ ਮੇਰੇ ਵੱਸ ਦੀ ਗੱਲ ਨਹੀਂ ਤਾਂ ਤੁਹਾਨੂੰ ਹੀ ਆਪਾਂ ਸਟੂਡੀਓ 'ਚ ਬੁਲਾ ਕੇ ਫਿਰ ਤੁਸੀਂ ਬੋਲ ਦਿਓ। ਪਰ ਇਸ ਚੀਜ਼ ਨੂੰ ਆਪਾਂ ਜਿੰਨਾ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ ਬੈਟਰ ਹੈ। ਅਖੀਰ ਦੇ ਉੱਤੇ ਇੱਕ ਲਾਈਨ ਬੋਲੂੰਗੀ, ਉਹ ਜੋ ਮੈਂ ਪਹਿਲਾਂ ਵੀ ਬੋਲੀ ਸੀ ਕਿ ਸ਼ਬਦ ਗੁਰੂ ਨੂੰ ਸਮਝਣਾ ਜੋ ਮੈਨੂੰ ਲੱਗਦਾ ਹੈ ਉਹ ਹੈ ਕਿ ਇੱਕ ਪ੍ਰੈਕਟੀਕਲ ਵਰਤਾਰਾ ਹੈ। ਤੁਸੀਂ ਜਦ ਤੱਕ ਪ੍ਰੈਕਟੀਕਲੀ ਸਭ ਕੁਝ ਨਹੀਂ ਕਰਦੇ, ਜਦ ਤੱਕ ਆਪਾਂ ਇੱਕ ਓਂਕਾਰ ਨੂੰ ਪ੍ਰੈਕਟੀਕਲੀ ਆਪਣੇ ਅੰਦਰ ਨਹੀਂ ਉਤਾਰਦੇ, ਜਦ ਤੱਕ ਅਸੀਂ ਪ੍ਰੈਕਟੀਕਲੀ ਇਹ ਸਭ ਕੁਝ ਨਹੀਂ ਕਰਦੇ, ਤਦ ਤੱਕ ਥਿਓਰੈਟੀਕਲੀ ਸਿਰਫ ਡਿਸਕਸ਼ਨਸ ਹੋ ਸਕਦੀਆਂ, ਔਰ ਡਿਸਕਸ਼ਨ ਕਦੀ ਵੀ ਪੂਰੀ ਨਹੀਂ ਹੁੰਦੀ ਐਡੇ ਵਾਸਟ ਸਬਜੈਕਟ ਦੀ। ਸੋ ਆਪਾਂ ਪ੍ਰੈਕਟੀਕਲ ਵੀ ਨਾਲ ਕਰਨਾ ਸ਼ੁਰੂ ਕਰੀਏ। ਜਿਹੜੀ ਟੂ ਡੂ ਲਿਸਟ ਬਣਾਈ ਹੈ, ਕੋਸ਼ਿਸ਼ ਕਰੀਏ ਕਿ ਆਪਾਂ ਉਸ ਟੂ ਡੂ ਲਿਸਟ ਨੂੰ ਆਪਣੀ ਲਾਈਫ ਦੇ ਵਿੱਚ, ਆਪਣੇ ਕਿਰਦਾਰ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਕਰੀਏ। ਇੰਨੀਆਂ ਗੱਲਾਂ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ